ਵੇਅਰ ਯੂ ਓਰੀਜਨਲੀ ਫਰੋਮ, ਤੁਸੀਂ ਕਿੱਥੋਂ ਦੇ ਬੌਰਨ ਹੋ? ਮੈਂ ਪੰਜਾਬ ਦੀ ਤਲਵੰਡੀ ਮਾਧੋ ਨਕੋਦਰ ਦੇ ਕੋਲ ਪਿੰਡ ਹੈ। ਮੈਂ ਬਹੁਤ ਲੱਕੀ ਸੀ, ਵਿਆਹ ਕਰਾ ਕੇ ਆਈ ਸੀ। ਸੋ ਜਦੋਂ ਆਈ ਘਰ ਸੀਗਾ, ਰਾਈਟ, ਹਸਬੈਂਡ ਕੋਲ ਜੌਬ ਸੀਗੀ। ਸਾਡੇ ਘਰ ਵਿੱਚ ਹਾਂਜੀ। ਗੁਰੂ ਗ੍ਰੰਥ ਸਾਹਿਬ ਜੀ ਹਾਂਜੀ, ਸਵੇਰ ਨੂੰ ਪ੍ਰਕਾਸ਼ ਹੁੰਦਾ ਹੈ ਤੇ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਤੂੰ ਕੰਪਲੀਟ ਕਰ, ਯੂ ਲੁੱਕ ਸੋ ਗੁੱਡ। ਐਂਡ ਅਸੀਂ ਕਿਹੜੀਆਂ ਗੱਲਾਂ ਕਰਦੇ ਆ, ਮੈਨੂੰ ਉਦੋਂ ਹਜੇ ਬੋਡੀ ਬਿਲਡਿੰਗ ਬਾਰੇ ਨਹੀਂ ਪਤਾ ਸੀ। ਸੋ ਜਿਹੜਾ ਪਹਿਲਾ ਸ਼ੋਅ ਸੀ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ, ਚੋਰੀ ਕੀਤਾ ਸੀਗਾ, ਪਰ ਘਰਦਿਆਂ ਨੂੰ ਪਤਾ ਲੱਗ ਗਿਆ ਸੀਗਾ। ਉਸ ਤੋਂ ਬਾਅਦ ਆਈ ਥਿੰਕ ਮੈਂ 6 ਸਾਲ ਸ਼ੋਅ ਨਹੀਂ ਕੀਤਾ। ਬਾਅਦ ਵਿੱਚ ਮੈਨੂੰ ਐਕਚੁਅਲੀ ਗੋਰਿਆਂ ਨੇ ਕਹਿਣਾ ਸ਼ੁਰੂ ਕੀਤਾ, ਜਿਸ ਮੈਂ ਜਿਮ ਵਿੱਚ ਜਾਂਦੀ ਸੀ ਕਿ ਸਾਡੀ ਵਾਈਫ ਕੰਪਲੀਟ ਕਰਦੀ ਆ ਜਾਂ ਸਾਡੀ ਸਿਸਟਰ ਕੰਪਲੀਟ ਕਰਦੀ ਆ, ਸਾਡੀ ਫਰੈਂਡ ਕੰਪਲੀਟ ਕਰਦੀ ਆ, ਯੂ ਹੈਵ ਦ ਬੋਡੀ, ਯੂ ਸ਼ੁੱਡ ਕੰਪਲੀਟ ਐਸ ਵੈਲ। 14 ਗਰਲਸ ਸੀ ਮੇਰੀ ਕੈਟੇਗਰੀ ਦੇ ਵਿੱਚ ਤੇ ਮੈਂ ਸਭ ਤੋਂ ਲਾਸਟ ਆਈ ਸੀ। ਵਾਟਸ ਦ ਮਾਈਂਡਸੈਟ ਔਨ ਦ ਸਟੇਜ, ਵਾਟਸ ਦ ਮਾਈਂਡਸੈਟ ਬੈਕ ਸਟੇਜ? Girls like me supposed to not to win, right? I don't belong there. Went back to work, taking care of my kids, life goes on. But ਇੱਕ ਚੀਜ਼ ਨਹੀਂ ਛੱਡੀ, ਉਹ ਸੀਗੀ ਵਰਕਿੰਗ ਆਊਟ। ਪਹਿਲੀ ਵਾਰੀ ਤਾਂ ਮੈਨੂੰ ਕਿਸੇ ਨੇ ਗਾਈਡ ਕੀਤਾ ਸੀ ਕਿ ਤੈਨੂੰ ਕਰਨਾ ਚਾਹੀਦਾ। ਜੀ ਹਾਂਜੀ। ਸੋ ਮੈਂ ਅਨਸਰਟਨ ਦੇ ਵਿੱਚ ਸਟੇਜ ਤੇ ਪੈਰ ਰੱਖ ਦਿੱਤਾ। ਮੈਂ 230 ਦੋ ਵੱਡੇ ਬੈਗ ਲੈ ਕੇ ਪੌੜੀਆਂ ਤੋਂ ਥੱਲੇ ਉਤਰ ਰਹੀ ਹਾਂ ਤੇ ਮੇਰੇ ਫਾਦਰ ਇਨ ਲਾ ਮੋਰੇ ਖੜੇ ਆ, ਕਿਉਂਕਿ ਮੈਂ ਹੁਣ ਘਰ ਤਾਂ ਕਿਸੇ ਨੂੰ ਦੱਸਿਆ ਨਹੀਂ ਤੇ ਮੈਨੂੰ ਕਹਿੰਦੇ ਕਿੱਥੇ ਚੱਲੀ ਆ। ਸੈਂਡੀ ਜੀ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਕੀ ਚੱਲ ਰਿਹਾ ਤੁਹਾਡੀ ਲਾਈਫ 'ਚ ਅੱਜ ਕੱਲ੍ਹ? What's going on these days? Chaos. Chaos? Tell us a little bit about the chaos part. It's just busy, very It's busy. busy. I have 2 teenagers. Huh. One is turning 17. Other one is turning 15 in 3 weeks. So they have a very busy life as well. Right. Being a mom, I have a busy life, and also I'm a personal trainer. I have almost 20 women who work with me, and then Very I'm nice. busy with them as well. Right. I'm a volunteer. Whenever I have free time, I give back to community. Right. I'm a wife, so I take care of those responsibilities. Right. And I also live in an extended family. Right. Yeah. Where you originally from? ਤੁਸੀਂ ਕਿੱਥੋਂ ਦੇ ਬੌਰਨ ਹੋ? ਮੈਂ ਪੰਜਾਬ ਦੀ ਤਲਵੰਡੀ ਮਾਧੋ ਨਕੋਦਰ ਦੇ ਕੋਲ ਪਿੰਡ ਹੈ। ਨਕੋਦਰ ਦੇ ਕੋਲੇ ਪਿੰਡ? ਓਕੇ, ਠੀਕ ਹੈ। ਤੇ ਕੀ ਲੱਗਦਾ ਹੁਣ ਤੁਸੀਂ ਪੰਜਾਬ ਤੋਂ ਬੌਰਨ ਹੋ, ਯਾਰ ਬੌਰਨ ਦੇ ਕਦੋਂ ਮੂਵ ਹੋਏ ਤੁਸੀਂ ਇੱਥੇ ਕੈਨੇਡਾ 'ਚ? ਪਹਿਲੀ ਗੱਲ ਤਾਂ 2004 ਦੇ ਵਿੱਚ September 7. September 7. What changed when you moved here? Right away, ਇੱਕੋਦਮ ਕੀ ਲੱਗਿਆ ਕਿ where did I come? Did you feel like that? ਨਹੀਂ ਨਹੀਂ? Okay. ਨਹੀਂ ਕਿਉਂਕਿ ਇਸ ਗੱਲੋਂ ਮੈਂ ਬਹੁਤ ਲੱਕੀ ਸੀ, ਵਿਆਹ ਕਰਾ ਕੇ ਆਈ ਸੀ। ਸੋ ਜਦੋਂ ਆਈ ਘਰ ਸੀਗਾ, ਰਾਈਟ, ਹਸਬੈਂਡ ਕੋਲ ਜੌਬ ਸੀਗੀ। ਰਾਈਟ। ਸੋ ਇਹ ਵਾਲਾ ਸ਼ੌਕ ਨਹੀਂ ਲੱਗਾ, ਨਹੀਂ ਲੱਗਾ ਇੱਕ ਘਰ ਤੋਂ ਦੂਜੇ ਘਰ ਵਿੱਚ ਆ ਗਈ ਹਾਂ। ਰਾਈਟ। ਤੁਹਾਨੂੰ ਕੀ ਲੱਗਦਾ ਹੈ ਇੱਕ ਪੰਜਾਬੀ ਫੈਮਿਲੀ 'ਚ ਜਦੋਂ ਬੰਦਾ ਰਹਿੰਦਾ ਹੈ ਐਂਡ ਦੈਨ ਸਡਨਲੀ ਯੂ ਐਂਡ ਅਪ ਡੂਇੰਗ ਦ ਫਿਟਨੈਸ ਜਰਨੀ? ਲਾਈਕ ਮੈਂ ਜਦੋਂ ਵੀ whenever I see your videos or photos, I'm like, okay, she's from a Punjabi family. Traditional, देखो traditional ਤੇ modern ਦਾ mix up ਹੈ right now where you are right now. How do you manage both of them together? ਤੁਹਾਡੀ 2 ਆਇਡੈਂਟੀਟੀਆਂ ਬਣਾ ਰੱਖੀਆਂ ਤੁਸੀਂ, ਟ੍ਰੈਡੀਸ਼ਨਲ ਵੀ ਦੂਸਰੀ ਵੀ। ਕਿਆ ਨਾ, ਤੁਸੀਂ ਇੱਕ ਵਾਰੀ ਮੇਰੇ ਘਰ ਆ ਕੇ ਦੇਖੋ, ਜਿਵੇਂ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆ। ਹਾਂਜੀ। ਸਵੇਰ ਨੂੰ ਪ੍ਰਕਾਸ਼ ਹੁੰਦਾ ਹੈ। ਮਮ ਡੈਡ ਬਹੁਤ ਰੱਬ ਵਿੱਚ ਬਿਲੀਵ ਕਰਦੇ ਆ, ਪਾਠ ਕਰਦੇ ਆ, ਆਪਣੀ ਭਗਤੀ ਕਰਦੇ ਆ, ਅੰਮ੍ਰਿਤ ਛਕਿਆ ਹੋਇਆ ਉਹਨਾਂ ਨੇ। ਸੋ ਮੈਂ ਆਪਣੇ ਇਨ-ਲॉज ਬਾਰੇ ਗੱਲ ਕਰ ਰਹੀ ਹਾਂ, ਜਿੱਥੇ ਮੈਂ ਰਹਿੰਦੀ ਹਾਂ। ਸੋ ਫੈਮਿਲੀ ਹਾਂਜੀ ਫੁੱਲੀ ਬੈਪਟਾਈਜ਼ਡ, ਪਰ ਜਦੋਂ ਮੈਂ ਫਿਟਨੈਸ ਵਿੱਚ ਪੈਰ ਰੱਖਿਆ, ਮੇਰਾ ਕੋਈ ਵੀ ਕੁਛ ਕਰਨ ਦਾ ਇਰਾਦਾ ਨਹੀਂ ਸੀ। ਆਫਟਰ ਹੈਵਿੰਗ 2 kids, ਮੇਰਾ ਗੋਲ ਸੀਗਾ ਆਪਣਾ ਭਾਰ ਲੂਜ਼ ਕਰਨਾ। ਦੈਟਸ ਇਟ। ਓਕੇ, ਠੀਕ ਹੈ। ਸੈਲਫਿਸ਼ ਸੀ, ਮੈਂ ਆਪਣਾ ਭਾਰ ਲੂਜ਼ ਕਰਨ ਲਈ ਫਿਟਨੈਸ ਵਿੱਚ ਗਈ ਸੀ, ਜਿਮ ਗਈ ਸੀ। ਪਰ ਜਦੋਂ ਮੈਂ ਫਿਟਨੈਸ ਸ਼ੁਰੂ ਕਰ ਦਿੱਤੀ, ਮੈਨੂੰ ਇਹਦੇ ਨਾਲ ਪਿਆਰ ਪੈ ਗਿਆ। ਆਈ ਥਿੰਕ ਮੈਂ ਵੀ ਜਦ ਦੀ ਕੈਨੇਡਾ ਦੇ ਵਿੱਚ ਆਈ ਸੀ, ਤੁਸੀਂ ਕਿਸੇ ਨਾ ਕਿਸੇ ਚੀਜ਼ ਨਾਲ ਤੁਸੀਂ ਕੋਈ ਆਪਣਾ ਪੈਸ਼ਨ ਲੱਭਣਾ ਮੰਗਦੇ, ਮੈਨੂੰ ਲੱਗਦਾ ਕਿ ਫਿਟਨੈਸ ਹੀ ਇੱਕਦਮ ਹੀ ਮੇਰਾ ਪੈਸ਼ਨ ਬਣ ਗਿਆ। ਦਿਸ ਇਜ਼ ਵਾਟ ਆਈ ਲਵ। 2 ਸਾਲਾਂ ਦੇ ਵਿੱਚ ਐਕਚੁਅਲੀ ਮੈਨੂੰ ਯਾਦ ਆ ਕਿ ਮੈਂ ਕਾਫੀ ਫਿਟ ਹੋ ਗਈ ਸੀ।
ਅਸੀਂ ਉਦੋਂ ਲੈਡਨਰ ਦੇ ਵਿੱਚ ਰਹਿੰਦੇ ਸੀ ਜਦੋਂ ਦੀ ਮੈਂ ਗੱਲ ਕਰਦੀ ਹਾਂ। ਸੋ ਅਸੀਂ ਟਵਾਸਨ ਜਿਮ ਜਾਂਦੇ ਹੁੰਦੇ ਸੀ ਅਤੇ ਉੱਥੇ ਮੋਸਟਲੀ ਗੋਰਾ ਕਮਿਊਨਿਟੀ ਆ। ਅਤੇ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਤੂੰ ਕੰਪੀਟ ਕਰ, ਯੂ ਲੁੱਕ ਸੋ ਗੁੱਡ। ਐਂਡ ਅਸੀਂ ਕਿਹੜੀਆਂ ਗੱਲਾਂ ਕਰਦੇ ਆ, ਮੈਨੂੰ ਉਦੋਂ ਹਜੇ ਬੋਡੀ ਬਿਲਡਿੰਗ ਬਾਰੇ ਨਹੀਂ ਪਤਾ ਸੀ। ਫਿਰ ਮੈਂ ਕਿਆਲ ਦੇ ਨਾਲ ਗੱਲ ਕੀਤੀ ਐਂਡ ਉਹਨੇ ਵੀ ਮੈਨੂੰ ਕਿਹਾ ਹਾਂ ਤੈਨੂੰ ਕਰਨਾ ਚਾਹੀਦਾ ਹੈ। ਸੋ ਕਿਆਲ ਵਾਜ਼ ਆਲਵੇਜ਼ ਵੈਰੀ ਸਪੋਰਟਿਵ। ਸੋ ਜਿਹੜਾ ਪਹਿਲਾ ਸ਼ੋਅ ਸੀ ਮੈਂ ਕਿਸੇ ਨੂੰ ਦੱਸਿਆ ਨਹੀਂ ਸੀਗਾ, ਚੋਰੀ ਕੀਤਾ ਸੀਗਾ, ਪਰ ਘਰਦਿਆਂ ਨੂੰ ਪਤਾ ਲੱਗ ਗਿਆ ਸੀਗਾ। ਠੀਕ ਹੈ। ਮਦਰ ਇਨ ਲਾ ਨੂੰ, ਫਾਦਰ ਇਨ ਲਾ ਨੂੰ, ਕਿਉਂਕਿ ਫੈਮਿਲੀ ਕਾਫੀ ਵੱਡੀ ਆ, ਕੋਈ ਨਾ ਕੋਈ ਦੱਸ ਦਿੰਦਾ ਆ। ਸੋ ਉਦੋਂ ਉਹ ਕਾਫੀ ਅਪਸੈਟ ਹੋਏ ਸੀ। ਇਹ ਸ਼ੋਅ ਮੈਂ ਕੀਤਾ ਸੀ 2012 ਦੇ ਵਿੱਚ। ਫਿਰ ਉਸ ਤੋਂ ਬਾਅਦ ਮੈਂ ਯੂ ਮੀਨ ਦ ਬੋਡੀ ਬਿਲਡਿੰਗ ਕੰਪੀਟੀਸ਼ਨ? ਬੋਡੀ ਬਿਲਡਿੰਗ। ਉਸ ਤੋਂ ਬਾਅਦ ਆਈ ਥਿੰਕ ਮੈਂ 6 ਸਾਲ ਸ਼ੋਅ ਨਹੀਂ ਕੀਤਾ ਬਾਅਦ ਵਿੱਚ। ਠੀਕ ਹੈ। ਜਦੋਂ ਫਿਟਨੈਸ ਜਰਨੀ ਤੁਸੀਂ ਸਟਾਰਟ, ਵੈਨ ਯੂ ਸੇ ਬੇਸਿਕਲੀ ਇਨੀਸ਼ੀਅਲ ਮੋਟੀਵੇਸ਼ਨ ਵਾਸ ਕਿ ਤੁਸੀਂ ਆਪ ਦਾ weight lose ਕਰਨਾ, ਦੈਟਸ ਇਟ, that was initial motivation, very selfish, but 2 ਸਾਲ ਬਾਅਦ you realize ਕਿ ਇਹ ਤਾਂ ਹੋ ਗਿਆ, ਹੁਣ what is the next step? ਫਿਰ ਉਸ ਤੋਂ ਬਾਅਦ ਸੋਚਣਾ ਸ਼ੁਰੂ ਕੀਤਾ ਕਿ let me compete as well. Was it like that? ਨਹੀਂ, ਕਿਉਂਕਿ ਇੱਦਾਂ ਦੀ ਮੈਨੂੰ ਬੋਡੀ ਬਿਲਡਿੰਗ ਬਾਰੇ ਕਹਿਣਾ, ਮੈਂ ਜਦੋਂ ਕਹਿੰਦੀ ਹਾਂ ਮੈਨੂੰ ਨਹੀਂ ਪਤਾ, ਮੈਨੂੰ ਸੱਚੀ ਨਹੀਂ ਪਤਾ ਸੀ, ਬਿਲਕੁਲ ਵੀ ਨਹੀਂ ਪਤਾ ਸੀ ਐਗਜ਼ਿਸਟ ਇਹ ਵਾਲੀ ਗੇਮ ਕਰਦੀ ਆ। ਜਦੋਂ ਤੱਕ ਮੈਨੂੰ ਐਕਚੁਅਲੀ ਗੋਰਿਆਂ ਨੇ ਕਹਿਣਾ ਸ਼ੁਰੂ ਕੀਤਾ, ਜਿਸ ਮੈਂ ਜਿਮ ਵਿੱਚ ਜਾਂਦੀ ਸੀ ਕਿ ਸਾਡੀ ਵਾਈਫ ਕੰਪੀਟ ਕਰਦੀ ਆ ਜਾਂ ਸਾਡੀ ਸਿਸਟਰ ਕੰਪੀਟ ਕਰਦੀ ਆ, ਸਾਡੀ ਫਰੈਂਡ ਕੰਪੀਟ ਕਰਦੀ ਆ, ਯੂ ਹੈਵ ਦਾ ਬੋਡੀ, ਯੂ ਸ਼ੁੱਡ ਕੰਪੀਟ ਐਜ਼ ਵੈਲ। ਵਾਓ। ਤੁਹਾਡਾ ਕੁਐਸਚਨ ਸੀਗਾ ਕਿ ਸੋ ਆਊਟਸਾਈਡ ਮੋਟੀਵੇਸ਼ਨ ਜਦੋਂ ਆਉਣੀ ਸ਼ੁਰੂ ਹੋਈ, ਉੱਥੇ ਪਹੁੰਚ ਗਈ। ਹਾਂਜੀ, ਉੱਥੇ ਜਾ ਕੇ ਯੂ ਸਟਾਰਟਡ। ਉੱਥੇ ਜਾ ਕੇ ਮੈਂ ਸ਼ੁਰੂ ਕੀਤਾ, ਪਰ ਘਰਦਿਆਂ ਦਾ ਡਰ ਕਾਫੀ ਸੀਗਾ। ਕੋਈ ਮੈਂ ਓਪਨਲੀ ਨਹੀਂ ਸ਼ੁਰੂ ਕੀਤਾ, ਜਾਂ ਮੈਂ ਰੌਲਾ ਪਾਇਆ, ਜਾਂ ਮੈਂ ਕੰਪੀਟ ਕਰ ਰਹੀ ਹਾਂ, ਜਾਂ ਮੈਂ ਪ੍ਰੈਪ ਕਰ ਰਹੀ ਹਾਂ। ਇੱਕ ਐਕਸਟੈਂਡਡ ਫੈਮਿਲੀ ਦੇ ਵਿੱਚ ਰਹਿੰਦੇ ਹੋਏ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਕਿਉਂਕਿ ਮੇਰੇ ਬੱਚੇ ਉਦੋਂ ਬਹੁਤ ਛੋਟੇ ਸੀਗੇ। ਆਈ ਡਿਡ ਦ ਸ਼ੋ, ਪਰ ਮੇਰਾ ਕੋਈ ਨੰਬਰ ਨਹੀਂ ਆਇਆ ਸੀ। 14 ਗਰਲਸ ਸੀ ਮੇਰੀ ਕੈਟੇਗਰੀ ਦੇ ਵਿੱਚ ਅਤੇ ਮੈਂ ਸਭ ਤੋਂ ਲਾਸਟ ਆਈ ਸੀ। ਜਦੋਂ ਤੁਸੀਂ ਕੰਪੀਟ ਕਰਦੇ ਹੋ ਫਸਟ ਟਾਈਮ ਫਿਟਨੈਸ ਵਰਲਡ ਦੇ ਵਿੱਚ, ਵਾਟਸ ਦਾ ਮਾਈਂਡਸੈਟ ਔਨ ਦਾ ਸਟੇਜ, ਵਾਟਸ ਦਾ ਮਾਈਂਡਸੈਟ ਬੈਕ ਸਟੇਜ? ਕੀ ਸੋਚ ਰਹੇ ਹੋ ਕਿ ਉਦੋਂ ਤੁਸੀਂ ਕੀ ਸੋਚ ਰਹੇ ਸੀਗੇ ਉਸ ਟਾਈਮ 'ਤੇ? ਮੈਂ ਬਹੁਤ ਡਰੀ ਹੋਈ ਸੀਗੀ। ਫਰੋਮ ਦ ਕੰਪੀਟੀਸ਼ਨ ਕੇ ਕਰਦੇ ਓਕੇ, ਨਾਟ ਫਰੋਮ ਦ ਕੰਪੀਟੀਸ਼ਨ ਤੇ ਮੈਨੂੰ ਪਤਾ ਸੀ ਕਿ ਮੈਂ ਲੂਜ਼ ਕਰਨਾ, ਕਿਉਂਕਿ ਗੋਰੀਆਂ ਬਹੁਤ ਸਟਰੋਂਗ ਸੀ, ਬਹੁਤ ਸੋਹਣੀਆਂ ਸੀ, ਐਂਡ ਉਹ ਇੱਕ ਗੇਮ ਕਰ ਰਹੀਆਂ ਜਦੋਂ ਦੀਆਂ ਉਹ ਜੰਮੀਆਂ ਪਲੀਆਂ ਆ। ਠੀਕ ਹੈ। ਦੇ ਆਰ ਬੋਰਨ ਐਂਡ ਰੇਜ਼ਡ ਪਲੇਇੰਗ ਸਪੋਰਟਸ ਐਂਡ ਡੂਇੰਗ ਥਿੰਗਸ। ਮੈਂ ਤਾਂ ਆਊਟ ਆਫ ਦ ਬਾਕਸ ਸੀ। I didn't play any sport while I was growing up. I was not even encouraged to play any sports, right? Hanji. So ਮੈਨੂੰ ਤਾਂ ਇਹ ਸੀਗਾ ਕਿ ਮੈਂ ਕਰ ਕੀ ਰਹੀ ਹਾਂ। I was so confused, and ਉੱਤੋਂ ਮੈਨੂੰ ਇੰਨਾ ਡਰ ਸੀ ਕਿ ਘਰਦਿਆਂ ਨੂੰ ਨਹੀਂ ਪਤਾ, ਮੰਮੀ ਡੈਡੀ ਹੋਣਾ ਨੂੰ ਪਤਾ ਲੱਗੂਗਾ ਕੀ ਹੋਗਾ। ਸੋ ਪਹਿਲਾ ਸ਼ੋਅ 'ਤੇ ਕਾਫੀ ਐਨਜ਼ਾਈਟੀ ਦੇ ਵਿੱਚ ਸੀਗਾ। ਮੈਨੂੰ ਹਜੇ ਵੀ ਯਾਦ ਹੈ ਜਦੋਂ ਮੈਂ ਸਟੇਜ 'ਤੇ ਗਈ ਸੀ, ਮੈਂ ਬਹੁਤ ਕੰਬਦੀ ਪਈ ਸੀ, ਡਰਦੀ ਪਈ ਸੀ, ਅਤੇ ਮੈਨੂੰ ਨਹੀਂ ਪਤਾ ਮੈਂ ਕਿਹੜਾ ਰੂਟੀਨ ਕੀਤਾ, ਕਿਉਂਕਿ ਦੇਅਰ ਇਜ਼ ਅ ਰੂਟੀਨ ਔਨ ਦਾ ਸਟੇਜ। ਓਕੇ। So there were multiple factors. ਕਈ ਬੈਕ ਸਟੇਜ ਬਹੁਤ ਕੁਛ ਕਰਦੇ ਆ, ਬਹੁਤ ਹਾਈਪਰ ਹੁੰਦੇ ਆ, ਬਹੁਤ ਐਕਸਾਈਟਡ ਹੁੰਦੇ ਆ, ਫੋਟੋ ਖਿੱਚਦੇ ਆ, ਇੱਕ ਦੂਜੇ ਨਾਲ ਸਟੋਰੀਆਂ ਸ਼ੇਅਰ ਕਰਦੇ ਆ, ਫੂਡ ਬਹੁਤ ਹੁੰਦਾ ਆ। ਸੋ ਇਟਸ ਐਟ ਦ ਬੈਕ ਕਾਫੀ ਰਿਲੈਕਸਡ ਐਟਮੋਸਫੇਅਰ ਹੁੰਦਾ ਹੈ, ਕਿਉਂਕਿ ਐਥਲੀਟ ਨੂੰ ਹੁੰਦਾ ਕਿ ਅੱਜ ਅਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਆ। ਕਾਫੀ ਫੈਸਟਿਵ ਹੁੰਦਾ ਆ, ਕਿਉਂਕਿ ਤੁਸੀਂ ਬਹੁਤ ਸਾਰੇ ਕਾਰਬਸ ਖਾ ਸਕਦੇ ਆ, ਤੁਸੀਂ ਸ਼ੂਗਰ ਖਾ ਸਕਦੇ ਆ ਬੈਕ ਸਟੇਜ। ਸੋ ਸਾਰੇ ਇਟਸ ਵੈਰੀ ਹੈਪੀ ਐਟਮੋਸਫੇਅਰ ਅੱਛਾ ਬੈਕ ਸਟੇਜ। ਪਰ ਜਦੋਂ ਟਾਈਮ ਤੁਹਾਡਾ ਆਉਂਦਾ ਜਾਂਦਾ ਸਟੇਜ 'ਤੇ ਚੜ੍ਹਨ ਲਈ, ਥੋੜ੍ਹੀ ਜਿਹੀ ਐਨਜ਼ਾਈਟੀ ਵਧਣੀ ਸ਼ੁਰੂ ਹੋ ਜਾਂਦੀ ਹੈ। ਐਵਰੀਵਨ ਸਟਾਰਟਸ ਪੰਪਿੰਗ ਅਪ, ਐਂਡ ਦੈਨ ਯਾ ਦੈਟਸ ਇਟ। ਤੁਸੀਂ ਸਟੇਜ 'ਤੇ ਜਾਂਦੇ ਆ, ਲਾਈਟਾਂ ਸਾਰੀਆਂ ਤੁਹਾਡੇ 'ਤੇ ਹੁੰਦੀਆਂ ਆ। you're actually, I'm always shivering when I'm at the stage. 5 ਜੱਜਸ ਤੁਹਾਡੇ ਮੂਹਰੇ ਬੈਠੇ ਹੁੰਦੇ ਆ, ਆਪਣਾ ਪੈਨ ਪੇਪਰ ਲੈ ਕੇ, ਅਤੇ ਤੁਹਾਨੂੰ ਨੰਬਰ ਦੇ ਰਹੇ ਹੁੰਦੇ ਆ ਕਿ ਤੁਹਾਡੀ ਪ੍ਰੈਜੈਂਟੇਸ਼ਨ ਕਿੱਦਾਂ ਆ, ਜਾਂ ਤੁਹਾਡੀ ਲੁੱਕ ਕਿੱਦਾਂ ਆ, ਤੁਹਾਡੀ ਲੁੱਕ ਮੈਚ ਕਰਦੀ ਆ ਅਪਰ ਬੋਡੀ ਲੋਅਰ ਬੋਡੀ 'ਚ, ਤਾਂ ਵੀ ਉਹਨਾਂ ਨੇ ਮਾਰਕਸ ਦੇਣੇ ਹੁੰਦੇ ਆ। ਸੋ ਇਹ ਤਾਂ ਫਸਟ ਕੰਪੀਟੀਸ਼ਨ ਸੀਗਾ। ਦੈਨ ਦੇਅਰ ਵਾਜ਼ ਅ ਗੈਪ, ਯੂ ਸੈਡ there's a 7 years gap. 7 years gap. ਉਹ 7 ਸਾਲ ਦਾ ਗੈਪ is because you had kids and body went through changes. And also family's pressure that okay, I shouldn't do that. This is wrong, but I'm trying to do. So ਜਦੋਂ family pressure ਪਿਆ, ਉਦੋਂ ਤੁਸੀਂ what was going through your mind? ਫਿਰ ਤੁਸੀਂ ਕੀ ਕੀਤਾ? ਮੈਂ ਆਪ ਉਹਨਾਂ ਨਾਲ ਐਗਰੀ ਸੀ, ਕਿਉਂਕਿ ਮੈਂ ਵੀ ਉਸੇ ਕਲਚਰ ਵਿੱਚ ਰੇਜ਼ ਹੋਈ ਹਾਂ। ਪਿੰਡ ਤੋਂ ਆ ਕੇ ਮੈਂ ਆਪ ਹੈਰਾਨ ਸੀ ਕਿ ਮੈਂ ਇੰਨਾ ਵੱਡਾ ਸਟੈਪ ਲੈ ਕਿੱਦਾਂ ਲਿਆ। I was shocked as well. ਅਤੇ ਜਦੋਂ ਮੇਰਾ ਲਾਸਟ ਪਲੇਸ ਆ ਗਿਆ, ਮੈਂ ਕਿਹਾ there you go, girls like me supposed to not to win, right?
this you is saw the that. proof that why even I tried, I don't belong there. So yeah, I actually also hold myself back. Okay, so then what happened after that? You came back in Yeah. again. Again, I just started my life. I was working at Royal Bank at that time. I went back to work, taking care of my kids. Life goes on, but एक चीज नहीं छड्डी हो सीगी working out. ठीक है. I kept working out continuously 5 to 6 times a week. ਜਿਹੜਾ ਮੇਰਾ ਪਿਆਰ ਸਪੋਰਟਸ ਦੇ ਨਾਲ ਸੀ ਉਹ ਵੱਧਦਾ ਹੀ ਗਿਆ. In those 7 years. In those 7 years. Yeah. Okay. And ਉਸ ਤੋਂ ਬਾਅਦ ਦੁਬਾਰੇ ਤੁਸੀਂ ਕੰਪੀਟੀਸ਼ਨ ਚ ਗਏ. ਫਿਰ ਜੋ ਦੂਸਰੀ ਵਾਰ ਗਏ, when did you go again? ਕਦੋਂ ਗਏ ਫਿਰ? ਕਹਿੰਦਾ ਪਿਛਲੇ 5 ਸਾਲ 6 ਸਾਲਾਂ ਦੇ ਵਿੱਚ ਜਿਨ੍ਹਾਂ ਵਿੱਚ ਮੈਂ ਕੰਪੀਟੀਸ਼ਨ ਨਹੀਂ ਕੀਤਾ, ਐਕਚੁਅਲੀ ਕਹਿੰਦੇ ਹੁੰਦੇ ਆ ਨਾ ਜੇ ਤੁਸੀਂ ਫਿਜ਼ੀਕਲੀ ਕੁਝ ਕਰਦੇ ਆ ਡੇ ਨਾਈਟ ਇਟ ਵਿਲ ਮੇਕ ਯੂ ਮੈਂਟਲੀ ਸਟਰੋਂਗ ਐਸ ਵੈਲ, ਕਿ ਮੈਂ ਮੈਂਟਲੀ ਤੌਰ ਤੇ ਵੀ ਕਾਫੀ ਸਟਰੋਂਗ ਹੋ ਚੁੱਕੀ ਸੀ, ਬੱਚੇ ਥੋੜੇ ਵੱਡੇ ਹੋ ਚੁੱਕੇ ਸੀ. ਹਾਂਜੀ. ਉੱਤੋਂ ਜਿਹੜੇ ਲੋਕੀ ਜੋ ਕਹਿ ਰਹੇ ਸੀਗੇ ਆਈ ਕੁਡ ਐਕਚੁਅਲੀ ਮੈਨੂੰ ਲੱਗਦਾ ਸੀ ਕਿ ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕਾਫੀ ਫਰਕ ਆ. ਰਾਈਟ. ਸੋ ਜੋ ਕਹਿੰਦੇ ਸੀਗੇ ਉਹ ਆਪਣੀ ਲਾਈਫ ਵਿੱਚ ਕਰ ਨਹੀਂ ਰਹੇ ਸੀ. ਇਹਨਾਂ ਸਾਰੀਆਂ ਚੀਜ਼ਾਂ ਤਾਂ ਮੇਰੇ 'ਤੇ ਕਾਫੀ ਅਸਰ ਹੋਇਆ. ਫਿਰ ਮੈਂ ਡਿਸਾਈਡ ਕੀਤਾ ਨੋ ਮੈਂ ਸ਼ੋਅ ਕਰਨਾ. ਦੈਨ ਆਈ ਵੈਂਟ ਫਰੋਮ ਇਨਸਾਈਡ. ਪਹਿਲੀ ਵਾਰੀ ਤਾਂ ਮੈਨੂੰ ਕਿਸੇ ਨੇ ਗਾਈਡ ਕੀਤਾ ਸੀ ਕਿ ਤੈਨੂੰ ਕਰਨਾ ਚਾਹੀਦਾ. ਜੀ ਹਾਂਜੀ. ਸੋ ਮੈਂ ਅਨਸਰਟਨ ਦੇ ਵਿੱਚ ਸਟੇਜ 'ਤੇ ਪੈਰ ਰੱਖ ਦਿੱਤਾ. ਜੀ. ਦਿਸ ਟਾਈਮ ਆਈ prepared. I was ready mentally. Yeah. So when you say you prepared and you were ready mentally, oh wali, what was the process like? Process explain karonge because I know somewhere like मैं ਤਾਂ ਹੁਣ ਰੈਗੂਲਰ ਜਿਮ ਜਾਣਾ ਮੈਨੂੰ 2 ਸਾਲ ਹੋ ਗਏ and it was very tough for me to go. I will be honest. ਮੈਂ 35 years ਜਿਮ ਨਹੀਂ ਗਿਆ ਸੀਗਾ ਤੇ ਕਦੇ ਨਹੀਂ ਗਿਆ 35 ਸਾਲ ਤੇ now I'm 37 but 36 to 37 like 2 ਸਾਲ. ਜੀ. I went almost every single day just to make sure कि मैं जाना. हाँ. बस that's it. किस कोई motivation बस मैं कह जाना यार. जाना. मैं कह it has to be discipline in your mind है ना. Yeah. पर ਮੈਨੂੰ ਪਤਾ ਕਿ it's very tough. You tell me ਤੁਸੀਂ ਤਾਂ competition ਲਈ ਜਾਣਾ ਸੀਗਾ. So ਤੁਸੀਂ competition ਲਈ ਕੀ ਤਿਆਰੀ ਕੀਤੀ ਉਸ time ਤੇ when you are like you know what I have to go in now. ਹੁਣ it's coming from inside. What was the process like? How much did you train that time? Did you have a coach that time ਜਿਹਨੇ ਤੁਹਾਨੂੰ train ਕੀਤਾ? ਜੀ. ਕੀ ਪ੍ਰੋਸੈਸ ਸੀਗਾ? ਜਦੋਂ ਫਿਰ ਮੈਂ ਦੂਜੀ ਵਾਰੀ ਗਈ ਉਦੋਂ ਮੇਰਾ ਕੋਲ ਕੋਚ ਸੀਗਾ ਰੋਬਿਨ ਗਿਲ. ਠੀਕ ਹੈ. ਮੇਰੀ ਫਰੈਂਡ ਵੀ ਆ, ਕੋਚ ਵੀ ਆ. ਠੀਕ ਹੈ. ਪਰ ਪ੍ਰੋਸੈਸ ਥੋੜ੍ਹਾ ਜਿਹਾ ਡਿਫਰੈਂਟ ਇਹ ਹੋ ਗਿਆ ਕਿ ਪਿਛਲੇ 6-7 ਸਾਲਾਂ ਦੇ ਵਿੱਚ ਮਸਲ ਮੈਚਿਓਰਟੀ ਕਾਫੀ ਵੱਧ ਗਈ ਸੀ. ਬਿਕੋਜ਼ ਆਫ ਰੈਗੂਲਰ ਵਰਕਆਊਟ. ਹਾਂਜੀ. ਅਤੇ ਮੇਰਾ ਖਾਣੇ 'ਤੇ ਬਹੁਤ ਕੰਟਰੋਲ ਹੋ ਗਿਆ ਸੀਗਾ. ਠੀਕ ਹੈ. ਡਿਸਿਪਲਿਨ ਬਹੁਤ ਵੱਧ ਗਿਆ ਸੀਗਾ. ਸੋ ਜੇ ਤੁਸੀਂ ਇਹ ਸੋਚਦੇ ਆ ਮੈਨੂੰ ਲੱਗਦਾ ਕਿ ਜਿਹੜਾ ਮੈਂ ਸਭ ਤੋਂ ਪਹਿਲਾ ਕੰਪੀਟੀਸ਼ਨ ਕੀਤਾ ਸੀਗਾ ਅਨਸਰਟਨਟੀ ਦੇ ਵਿੱਚ ਕੀਤਾ ਸੀਗਾ ਉਹਦੇ ਵਿੱਚ ਮੈਂ ਕਾਫੀ ਗਲਤੀਆਂ ਵੀ ਕੀਤੀਆਂ ਸੀਗੀਆਂ. ਮੈਨੂੰ ਕਾਫੀ ਚੈਲੰਜ ਵੀ ਫੀਲ ਹੋਇਆ. ਬੱਚੇ ਵੀ ਛੋਟੇ ਸੀ. ਜੋ ਦੂਜੀ ਵਾਰੀ ਗਈ ਹਾਂ ਮੈਨੂੰ ਆਪਣੀ ਟ੍ਰੇਨਿੰਗ ਅਤੇ ਖਾਣੇ ਵਿੱਚ ਇੰਨਾ ਚੈਲੰਜ ਫੀਲ ਨਹੀਂ ਹੋਇਆ ਬਿਕੋਜ਼ ਇਹ ਡਿਸਿਪਲਿਨ ਹੌਲੀ 6-7 ਸਾਲਾਂ ਦੇ ਵਿੱਚ ਬਣ ਚੁੱਕਾ ਸੀਗਾ. ਰਾਈਟ. ਸੋ ਮਾਈਂਡ ਸੈਟ ਦੇ ਵਿੱਚ ਵੀ ਕਾਫੀ ਫਰਕ ਸੀਗਾ ਕਿਉਂਕਿ ਆਈ ਵਾਜ਼ ਓਪਨ, ਆਈ ਵਾਜ਼ ਰੈਡੀ ਟੂ ਪ੍ਰੈਜ਼ੈਂਟ ਔਨ ਦੈਟ ਸਟੇਜ. ਅਤੇ ਮੈਨੂੰ ਐਕਚੁਅਲੀ ਮੈਂ ਉਸ ਵੇਲੇ ਵੀ ਆਪਣੀ ਫੈਮਿਲੀ ਕੋਲੋਂ ਹਾਈਡ ਕੀਤਾ ਸੀਗਾ. ਮੈਂ ਉਹਨਾਂ ਨੂੰ ਹਜੇ ਵੀ ਨਹੀਂ ਦੱਸਿਆ ਸੀਗਾ ਕਿ ਮੈਂ ਕੰਪੀਟ ਕਰਨਾ. ਮੈਨੂੰ ਜ਼ਿਆਦਾ ਮੈਂ ਪਤਾ ਨਹੀਂ ਇਹ ਸਟੋਰੀ ਸ਼ੇਅਰ ਕੀਤੀ ਆ ਕਿ ਨਹੀਂ. ਜਿੱਦਣ ਮੇਰਾ ਕੰਪੀਟੀਸ਼ਨ ਸੀਗਾ ਕਿਉਂਕਿ ਟੈਨਿੰਗ ਹੋਣੀ ਹੁੰਦੀ ਆ ਕਾਫੀ ਅਰਲੀ ਮਾਰਨਿੰਗ ਟੈਨਿੰਗ ਕਰਦੇ ਆ 3 AM 4 AM ਸ਼ੋਅ ਤੋਂ ਪਹਿਲਾਂ. ਓਕੇ. ਅਤੇ ਜਿੱਦਣ ਮੇਰਾ ਸ਼ੋਅ ਸੀਗਾ ਮੇਰਾ ਟੈਨਿੰਗ ਟਾਈਮ ਸੀਗਾ ਆਈ ਥਿੰਕ 4 AM ਸੀਗਾ ਅਤੇ ਮੈਨੂੰ ਨਿਊ ਵੈਸਟਮਿਨਿਸਟਰ ਜਾਣਾ ਪੈਣਾ ਸੀਗਾ. ਅਤੇ ਮੈਂ ਆਪਣੇ 2 ਵੱਡੇ ਬੈਗ ਤਿਆਰ ਕੀਤੇ ਕਿਉਂਕਿ ਬਿਕਨੀ ਹੁੰਦਾ ਬਲੈਂਕਟ ਸ਼ੂਜ਼ ਫੂਡ ਸੋ ਮਚ ਸਟਫ ਵੀ ਟੇਕ ਅਲੋਂਗ. ਅਤੇ ਮੈਂ 2:30 2 ਵੱਡੇ ਬੈਗ ਲੈ ਕੇ ਪੌੜੀਆਂ ਤੋਂ ਥੱਲੇ ਉਤਰ ਰਹੀ ਹਾਂ ਅਤੇ ਮੇਰੇ ਫਾਦਰ ਇਨ ਲਾ ਮੋਰੇ ਖੜ੍ਹੇ ਆ ਕਿਉਂਕਿ ਮੈਂ ਹੁਣ ਘਰ ਤਾਂ ਕਿਸੇ ਨੂੰ ਦੱਸਿਆ ਨਹੀਂ. ਅਤੇ ਮੈਨੂੰ ਕਹਿੰਦੇ ਕਿੱਥੇ ਚੱਲੀ ਹਾਂ? ਮੈਂ ਕਿਹਾ ਡੈਡ ਕਿਤੇ ਵੀ ਨਹੀਂ, ਮੈਂ ਤਾਂ ਜਸਟ ਨੀਂਦ ਹੀ ਨਹੀਂ ਆ ਰਹੀ ਸੀ, ਕੱਪੜੇ ਸਾਂਭ ਰਹੀ ਹਾਂ. ਮੈਨੂੰ ਅੱਛੇ ਤੱਕ ਜ਼ਿਆਦਾ. ਸੋ ਆਈ ਥਿੰਕ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਡਾਊਟ ਹੋ ਗਿਆ ਸੀ. ਰਾਤ ਦੀ 2:30 ਬੱਚੇ ਆ, ਸ਼ੀ ਇਜ਼ ਬ੍ਰਿੰਗਿੰਗ 2 ਬੈਗਸ. ਅਤੇ ਉਹ ਲਿਵਿੰਗ ਰੂਮ 'ਚ ਜਾ ਕੇ ਸੋਫੇ 'ਤੇ ਬੈਠ ਗਏ. ਹੁਣ ਮੈਨੂੰ ਸਮਝ ਨਾ ਆਵੇ ਮੈਂ ਕੀ ਕਰਾਂ ਬਿਕੋਜ਼ ਆਈ ਹੈਵ ਟੂ ਲੀਵ ਹੋਮ ਸੋ ਆਈ ਕੈਨ ਗੈਟ ਟੂ ਮਾਈ ਟੈਨਿੰਗ ਟਾਈਮ. ਅਤੇ ਮੈਂ ਤਾਂ ਕਿਚਨ ਦੇ ਵਿੱਚ ਆ ਕੇ ਆਈ ਸਟਿਲ ਰਿਮੈਂਬਰ ਆਈ ਸਟਾਰਟਡ ਮੇਕਿੰਗ ਓਟਮੀਲ. So I was thinking I need to do something. I will pretend I'm hungry, I'm eating. So
ਪਤਾ ਨਹੀਂ ਕੀ ਗੱਲ ਹੋਈ, I was like ਵਾਹਿਗੁਰੂ ਕਰ ਰਹੀ ਸੀ ਕਿ ਹੁਣ ਤਾਂ that's it, I don't know what to do. ਡੈਡ ਉੱਠ ਕੇ ਬਾਥਰੂਮ ਗਏ, I don't know, ਉਹ ਬਸ ਉੱਠ ਕੇ ਬਾਥਰੂਮ ਜਾਣ ਦੀ ਦੇਰਾ ਮੈਂ ਆਪਣੇ 2 ਬੈਗ ਚੁੱਕੇ ਗਰਾਜ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਂ ਨੱਠ ਗਈ, ਤੇ ਪਰ ਮੈਨੂੰ ਇਹ ਨਾ ਪੁੱਛੋ ਬਾਅਦ ਵਿੱਚ ਕੀ ਹੋਇਆ। ਅੱਛਾ, ਬਾਅਦ ਚ ਹੋਇਆ। obviously yes yeah. That's tough. ਸੋ ਇਹ ਆ ਕਿ ਪਰ ਮੈਂ ਰੈਡੀ ਸੀ ਜੇ ਮਤਲਬ ਕਿ ਮੈਂ ਉਹ ਪਹਿਲੀ ਸੈਂਡੀ ਹੁੰਦੀ ਜਿਹਨੇ 2012 ਵਿੱਚ ਕੀਤਾ ਸੀਗਾ, ਹੋ ਸਕਦਾ ਕਿ ਮੈਂ ਜਾਂਦੀ ਹੀ ਨਾ। And this was in 2019? This was 2018 at the end of the year. Yeah. So 6-7 ਸਾਲ ਬਾਅਦ, ਪਰ ਇਹ ਆ ਕਿ ਉਦੋਂ ਮੇਰੇ ਵਿੱਚ ਕਰਜ ਕਾਫੀ ਆ ਗਈ ਸੀਗੀ। ਮੈਂ ਕਿਹਾ ਸੀ ਹੁਣ ਤਾਂ ਠੀਕ ਆ, ਕੈਲ ਨੋਜ਼ ਐਵਰੀਥਿੰਗ, ਸੋ ਹੀ ਵਿਲ ਫਿਗਰ ਆਊਟ। ਵੈਰੀ ਨਾਈਸ। ਹੁਣ ਤੁਸੀਂ ਕੰਪੀਟੀਸ਼ਨ ਤੇ ਪਹੁੰਚ ਗਏ 2019 ਦੇ ਵਿੱਚ, 18 ਦੇ ਵਿੱਚ ਸੌਰੀ। ਆਈ ਥਿੰਕ ਕੋਵਿਡ ਸ਼ੁਰੂ ਹੋਇਆ ਸੀ 19 ਦੇ ਵਿੱਚ, ਮਾਰਚ ਦੇ ਵਿੱਚ, ਕਿਉਂਕਿ ਉਦੋਂ ਮਾਸਕ ਦਾ ਸੀਗਾ। ਯਾ ਸੋ ਉਸ ਟਾਈਮ ਸੀਗਾ। How were you feeling that time on the stage? Oh my God, I was confident because as soon as I entered the arena, so many people were there, athletes were there, they were pumping, and because due to COVID, everyone was on distance. So pehla varga mahol nahi siga. It was not festive, everyone was not together, not sharing food. Right. But they had a distance, but they were doing what they need to do. Right. So as soon as I entered, I still remember so many people were trying to look at me like, you're looking so good. You're going to do so well. I did so well. Very nice. So I won my first competition. Then I had to the BCs. I won BCs. Then I had to the national. That's where I placed 3rd. Very nice. ਹੁਣ ਜੇ ਤੁਸੀਂ ਇਹ ਕੰਪੀਟੀਸ਼ਨਸ 'ਚ ਜਾਂਦੇ ਹੋ, you know, when you look at other people, other women as well, ਉਹ ਵੀ pumped up ਨੇ। Yeah. What is the mindset? Like ਦੂਸਰਿਆਂ ਨੂੰ ਦੇਖਣਾ, does it scare you? Yes. Or do you feel good about it ਕਿ ਕੋਈ ਗੱਲ ਨਹੀਂ ਯਾਰ, we'll just do so well? It scares me. It scares, right? It definitely scares me. I don't know how other people feel. Right. But it definitely scares me when I see I see like, wow, these people have so much potential and they look so confident. Of course it does scare me. So ਜਿਹੜੀ ਸਪੋਰਟਸ ਦੀ ਸਪਿਰਿਟ ਹੈ, ਤੁਸੀਂ ਇੰਨਾ ਸਾਰੇ ਜੋ ਤੁਹਾਡੇ ਨਾਲ ਕੰਪੀਟ ਕਰਦੇ ਨੇ, are you in touch with them? Yes. Do you we talk to follow them? each other. We are always in touch. For example, if they're competing, right? Yeah. So you guys ask for help कि हाँ यार ਮੈਨੂੰ ਲੱਗਦਾ ਹੈ ਕਿ this is going on. Do you really ask them? Okay, yeah, they ask you, saying, you know what, I'm going through this. What do you think? Do you have anything to suggest me? Not really. Okay. Not really. ਜਿਹੜੀ ਇਹ ਫਿਟਨੈਸ ਕਮਿਊਨਿਟੀ ਆ, ਇਹ ਵੀ ਥੋੜੀ ਜਿਹੀ ਸੈਲਫਿਸ਼ ਆ, ਥੋੜੀ ਜਿਹੀ ਹੁੰਦਾ ਹੈ ਕਿ you know ਜਿਹੜੇ ਮੇਰੇ ਸੀਕ੍ਰੇਟਸ ਆ ਔਰ ਜੋ ਵੀ ਮੇਰੇ ਪੁਆਇੰਟਸ ਆ, I shouldn't share. Not really. We don't ask each other, but we all have a coach. So when you won this competition in 2018-19, ठीक है, what was different? एक चीज़ था कि you wanted to be a part of it. Yeah. That was I wanted. Obviously, that was one thing. Yeah. What else? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੀ ਪ੍ਰੀਪਰੇਸ਼ਨ ਤੁਹਾਡੀ ਤੁਸੀਂ ਕੀਤੀ ਸੀਗੀ ਉਹ 5-6 ਸਾਲਾਂ ਦੇ ਵਿੱਚ, ਜਿਹਨੇ ਤੁਹਾਨੂੰ ਉਹ ਕੰਪੀਟੀਸ਼ਨ ਜਿਤਾਇਆ? Discipline, working out every day. I think that's what made me stronger. Right. Yeah. Yeah, no, I get it. ਹੁਣ ਜਦੋਂ ਆਪਾਂ ਡਿਸਪਲਿਨ ਬਾਰ-ਬਾਰ ਆਪਾਂ ਕਹਿੰਦੇ ਡਿਸਪਲਿਨ, ਆਈ ਥਿੰਕ ਇਟਸ ਅ very common word. ਹਾਂ, ਬਹੁਤ ਕਾਮਨ ਵਰਡ ਹੈ ਨਾ। ਇੱਕ ਕੰਪੀਟੀਸ਼ਨ ਜਿੱਤਣ ਲਈ ਕੀ ਆਪਾਂ ਨੂੰ ਫੋਲੋ ਕਰਨਾ ਚਾਹੀਦਾ, ਜਾਂ ਕੋਈ ਹੋਰ, ਲੈਟਸ ਸੇ ਇਫ ਐਨੀ ਵੂਮਨ ਵਾਂਟ ਟੂ ਬੀ ਅ ਪਾਰਟ ਆਫ ਦ ਕੰਪੀਟੀਸ਼ਨ, ਬੋਡੀ ਬਿਲਡਿੰਗ ਦੇ ਵਿੱਚ, how should they start? Obviously going to the gym is one part, but then preparing for the competition is something else, isn't it? Absolutely. I will say action, daily action. ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਪਣੇ ਆਪ ਨੂੰ ਟਾਈਮ ਦਿੱਤਾ ਕਿ ਮੈਂ 3 ਮਹੀਨੇ ਵਿੱਚ ਪ੍ਰਿਪੇਅਰ ਕਰਨਾ, 6 ਮਹੀਨੇ। ਬਹੁਤ ਲੋਕ ਜਿਹੜੇ ਆਪਣੇ ਆਪ ਨੂੰ ਟਾਈਮ ਲਿਮਿਟ ਦੇ ਦਿੰਦੇ ਆ ਜੀ, ਦੈਨ ਫੇਲ ਹੋ ਜਾਂਦੇ ਆ। ਰਾਈਟ। ਕਿਉਂਕਿ ਉਹਨਾਂ ਨੂੰ ਹੁੰਦਾ ਕਿ ਹੁਣ 3 ਮਹੀਨੇ ਵਿੱਚ ਕੀਤਾ ਨਹੀਂ, ਹੁਣ ਨਹੀਂ ਕਰਨਾ, ਛੱਡ ਪਰਾਂ, ਦਿਸ ਦੈਟ। I don't think so. You just need to do daily action. Right. ਜਦੋਂ ਰਾਈਟ ਟਾਈਮ ਆ ਗਿਆ ਦੈਨ ਵੀ ਵਿਲ ਸੀ। ਹੁਣ ਵੀ ਮੈਂ ਸ਼ੋਅ ਕਰਨਾ ਹੈ, ਸਾਰੇ ਮੇਰੇ ਕੋਲ ਪੁੱਛਦੇ ਆ ਕਦੋਂ ਕਰਨਾ, I'm like, I don't know. I'm doing my part. I'm working out hard. I'm trying to eat clean. I will see when the right time comes, because life happens all the time. Right. Many plans has where I have to cancel my show. ਪਰ ਤੁਹਾਡੇ question ਸੀਗਾ ਕਿ ਕੀ ਕਰਨਾ ਚਾਹੀਦਾ, ਰਾਈਟ? ਡੇਲੀ ਐਕਸ਼ਨ, ਛੋਟੇ ਐਕਸ਼ਨ। ਇਹੀ ਹੋ ਜਾਵੇ ਕਿ ਮੈਂ ਵਰਕਆਊਟ ਕਰਨਾ ਅੱਧਾ ਘੰਟਾ ਰੋਜ਼, ਦੈਟਸ ਇਟ।
ਅੱਧਾ it ਘੰਟਾ can be a small action but repeated every single day. It could be a food ਰਾਈਟ ਕਿ ਅੱਜ ਮੈਂ ਆਪਣਾ ਬ੍ਰੇਕਫਾਸਟ ਹੈਲਥੀ ਖਾਣਾ ਰਿਪੀਟਡ ਐਵਰੀ ਸਿੰਗਲ ਡੇ ਪਾਣੀ ਹੋ ਸਕਦਾ ਕਿ ਤੁਸੀਂ ਪਾਣੀ ਪੀਣਾ ਆ ਸੈਕੰਡ ਥਿੰਗ resilience first is action second resilience means every day ਆਪਾਂ ਕਾਫੀ ਸਟਰਗਲਾਂ ਚੋਂ ਲੰਘੀ ਦਾ ਛੋਟੀਆਂ ਵੀ ਵੱਡੀਆਂ ਵੀ ਚਲੋ ਹਸਬੈਂਡ ਅਪਸੈਟ ਆ ਉਹਨੇ ਸਾਡਾ ਮੂਡ ਖਰਾਬ ਕਰਤਾ ਬੱਚੇ ਅਪਸੈਟ ਆ ਉਹਨੇ ਮੂਡ ਖਰਾਬ ਕਰਤਾ ਗੋ ਥਰੂ ਦੋਜ਼ ਇਮੋਸ਼ਨਸ ਰਾਈਟ ਪਰ ਜੋ ਤੁਸੀਂ ਆਪਣੇ ਆਪ ਨਾਲ ਪ੍ਰੋਮਿਸ ਕੀਤਾ ਆ ਡੇਲੀ ਐਕਸ਼ਨ ਡੂ ਦੈਟ ਸਿੰਪਲ ਇਜ਼ ਦੈਟ ਉਹ ਨਹੀਂ ਖਰਾਬ ਕਰਨਾ ਉਹ ਨਹੀਂ ਖਰਾਬ ਕਰਨਾ ਸੋ ਉਹਨੂੰ ਹੀ ਕਹਿੰਦੇ ਆ ਰੈਜ਼ੀਲੀਅੰਸ ਰਾਈਟ ਉਹਨੂੰ ਹੀ ਕਹਿੰਦੇ ਆ ਕਿ ਰੋਜ਼ ਦੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਵੀ ਜਿਹੜਾ ਤੁਸੀਂ ਆਪਣੇ ਆਪ ਨਾਲ ਪ੍ਰੋਮਿਸ ਕੀਤਾ ਆ ਉਹਨੂੰ ਨਿਭਾਉਣਾ it's only half an hour. Right. Go through emotions. I tell my kids all the time, I'm like, you have a tough day, go through emotions, but you have to do this. Simple as that. And the third is impact. Think about the impact you're leaving. It's not about leaving the impact on the world, on your family. I know my kids, they're watching me every single day. ਹੁਣ ਜੇ ਮੈਂ ਉਹਨਾਂ ਨੂੰ ਇਹ ਸ਼ੋ ਕਰੂੰਗੀ ਕਿ ਅੱਜ ਮੇਰਾ ਮਨ ਅਦਾਸ ਹੈ ਤੇ ਮੈਂ ਐਕਸਰਸਾਈਜ਼ ਨਹੀਂ ਕਰਨੀ of course they have also automatically ਉਹਨਾਂ ਦੇ ਦਿਮਾਗ ਵਿੱਚ ਆਪਸ਼ਨ ਹੋਗੀ ਜੇ ਅਸੀਂ ਫੀਲ ਨਹੀਂ ਕਰਦੇ ਤਾਂ we don't need to do following. No, you have to do it. I think 3 things are must: action, resilience, and leaving an impact on your family, if not on the world. Do you realize ਕਿ ਜੋ ਤੁਹਾਡਾ ਮਾਈਂਡਸੈਟ ਹੈ ਯੂ نو the way you talk and ਮੈਂ ਤੁਹਾਡੇ ਪਹਿਲਾਂ ਵੀ 1-2 ਵੀਡੀਓਜ਼ ਦੇਖੀਆਂ this mindset is only with 5% people 95% people they don't have this kind of winning mindset ਕਿ ਯਾਰ ਐਕਸ਼ਨ ਰੈਜ਼ੀਲੀਅੰਸ ਇਹ ਚੀਜ਼ਾਂ ਕਰਨੀਆਂ ਕਰਨੀਆਂ ਪੈਣੀਆਂ ਇਹ ਤੁਸੀਂ now this when you say ਕਰਨੀਆਂ ਪੈਣੀਆਂ this is you who is saying it but in reality when I see people around like they're not around me but when I see them I'm like okay 95% of them they can't even have this kind of mindset they can have but they don't have this mindset. Isn't that sad though? That is very very sad. That's so sad, man. Yes, because I feel like when some people are getting upset on small things I'm like why you're wasting today. You are complaining about this small thing. Even my clients when they complain I'm like let it go, just let it go, let it be. ਕਿ ਤਾਂ ਛੋਟੀ ਜਿਹੀ ਗੱਲ ਹੈ ਹਾਂ ਇੰਨੀਆਂ ਵੱਡੀਆਂ ਗੱਲਾਂ ਹੁੰਦੀਆਂ ਲਾਈਫ ਦੇ ਵਿੱਚ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਿੱਥੇ ਕੀ ਰੋਂਗ ਹੋ ਗਿਆ it happens but you have to keep moving on. Simple as that. ਜੋ ਤੁਹਾਡੀ ਫੂਡ ਡਾਈਟ ਹੈ ਮੈਂ ਪੜ੍ਹਿਆ ਬਹੁਤ ਵਾਰ ਲਾਈਕ ਸੀ ਆਈ ਐਮ ਨਾਟ ਮੈਂ ਤਾਂ ਕੋਈ ਇੰਨਾ ਉਹ ਵੀ ਹੈ ਨਹੀਂ ਜਿੰਨੀ ਬਟ ਮੈਨੂੰ ਇੰਨਾ ਪਤਾ ਹੈ ਕਿ ਡਾਈਟ ਇਜ਼ playing a very important role in whatever you do. Yes. Especially exercise, है ना? Is it like do you have the same kind of diet every single day? Breakfast same, lunch same, dinner same from last 1-2 years? Is it same? It can be. It can क्योंकि be. मैं बिल्कुल बोर नहीं होती सेम फूड खा के. So it's same. मेरी सारी फैमिली बोर हो जाती है मैं तो बहुत दुखी होंगी कि ਅਸੀਂ ਸਾਨੂੰ ਕੁਛ ਅਲੱਗ ਖਾਣਾ ਹੈ ਸੋ ਮੈਂ ਰੋਜ਼ ਹੀ ਅਲੱਗ ਕੁੱਕ ਕਰਦੀ ਹਾਂ ਮੈਂ ਉਹਨਾਂ ਨੂੰ ਪੁੱਛ ਕੇ ਕੁੱਕ ਕਰਦੀ ਹਾਂ ਸੋ ਕੰਪਲੇਨ ਨਾ ਕਰਨ ਪਰ ਮੈਂ ਸੇਮ ਫੂਡ 'ਤੇ ਸਰਵਾਈਵ ਹੋ ਸਕਦੀ ਹਾਂ ਜੇ ਤੁਸੀਂ ਮੈਨੂੰ ਮੇਰੇ ਬਾਰੇ ਕੁਐਸਚਨ ਪੁੱਛਿਆ ਹਾਂ ਮੈਂ ਤੁਹਾਨੂੰ ਤੁਹਾਡੇ ਬਾਰੇ ਪੁੱਛਿਆ ਤੁਸੀਂ ਬਿਲਕੁਲ ਹਾਂ ਸੋ ਸੇਮ ਫੂਡ ਦੇ ਹਿਸਾਬ ਨਾਲ ਤੁਸੀਂ ਚੱਲਦੇ ਹੋ ਆਈ ਯੈਸ ਵੈਰੀ ਨਾਈਸ ਕੋਈ ਤੁਹਾਡਾ ਆ ਵੀ ਡਿਸਾਈਡ ਹੈ ਕਿ ਦਿਸ ਇਜ਼ ਮਾਈ ਪ੍ਰੋਟੀਨ ਇਨਟੇਕ ਐਵਰੀ ਡੇ ਦਿਸ ਇਜ਼ ਮਾਈ ਕਾਰਬ ਐਂਡ ਦਿਸ ਇਜ਼ ਯੈਸ ਇਹ ਵੀ ਡਿਸਾਈਡ ਹੁੰਦਾ I try to take more than 100 mg protein every day minimum. It can go up to 150. It depends on my day. It depends on my workout. It depends on my sleep pattern, be honest with you. But carbs, that's very tricky. Okay. क्योंकि काफ़ी दिन है जो मैंने कार्ब्स बिल्कुल बॉदर नहीं करते थोड़े दिन इट डिपेंड्स ऑन माई आई थिंक वुमेन्स बॉडी एज वेल दैट आई गो हैवी ऑन कार्ब्स राइट बॉडी बिल्डिंग ते फिटनेस नहीं बोलूँगा पर बॉडी बिल्डिंग इज more or less was men dominated. It was and it is still yeah ਤੇ ਇਹਦੇ ਵਿੱਚ when someone like you enter or the other women ਜਿਨ੍ਹਾਂ ਨੇ ਇਹਦੇ ਵਿੱਚ ਐਂਟਰੀ ਤੁਹਾਨੂੰ ਕਦੇ ਨਹੀਂ ਲੱਗਾ ਈਵਨ ਤੁਸੀਂ ਜਿਮ ਜਾਂਦੇ ਹੋ ਉੱਥੇ ਵੱਧ ਮੁੰਡੇ ਹੁੰਦੇ ਨੇ ਹੈ ਨਾ ਲਾਈਕ ਇਨਟੂ ਫਿਟਨੈਸ ਹੁਣ ਤਾਂ ਤੁਸੀਂ ਪੁੱਛੋ ਨਾ ਹੁਣ ਤਾਂ
ਮੁੰਡੇ ਆਪ ਹੀ ਕਹਿੰਦੇ ਪਹਿਲਾਂ ਤੁਸੀਂ ਕਰ ਲਓ ਵੇਟ ਆਮ ਜਸਟ ਰਾਈਟ ਨੋ ਆਈ ਐਗਰੀ ਮੈਂ ਇਹ ਗੱਲ ਮੰਨ ਸਕਦਾ ਐਕਚੁਅਲੀ ਬਿਲਕੁਲ ਸਹੀ ਗੱਲ ਹੈ ਓਕੇ ਸੌਰੀ ਤੁਹਾਡਾ ਕੁਐਸਚਨ ਮੈਂ ਤੁਹਾਨੂੰ ਹਾਂ ਰੋਕਿਆ ਮੈਂ ਇਹੀ ਕਹਿ ਰਿਹਾ ਸੀਗਾ ਕਿ ਲਾਈਕ ਜਦੋਂ ਕੋਈ ਆਲੇ ਦੁਆਲੇ ਯੂ ਸੀ ਆਲ ਦ ਬॉयਜ਼ ਅਰਾਊਂਡ ਐਂਡ ਆਲ ਰਾਈਟ ਤੁਹਾਨੂੰ ਇਟ ਡਸਨਟ ਬੋਦਰ ਯੂ even when you're training people or doing it yourself ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਸ਼ੁਰੂ ਦੇ ਵਿੱਚ ਕਿ ਹੁਣ ਤਾਂ no ਹੁਣ ਤੁਹਾਨੂੰ obviously not at all now mindset is totally different and people know me I'm there to work right so ਮੈਨੂੰ they see me ਮੇਰੇ ਵਾਲ ਕਈ ਵਾਰੀ ਖਿਲਰੇ ਹੁੰਦੇ ਆ ਕਈ ਵਾਰੀ ਬੰਨੇ ਹੁੰਦੇ it's nothing bothers me right I don't care if you're impressed by me or not right I'm here to do my job. Simple as that. So that has definitely changed. ਪਰ ਪਹਿਲਾਂ ਇੱਦਾਂ ਨਹੀਂ ਸੀਗਾ ਪਹਿਲਾਂ I was very conscious ਕਿ ਕਿੱਥੇ ਵਰਕਆਊਟ ਕਰਨਾ ਆ ਡਰ ਕੇ ਕਰਨਾ ਆ ਇੱਕ ਖੂੰਜਾ ਜਿਹਾ ਲੱਭ ਕੇ ਉੱਥੇ ਬਸ ਕਰੀ ਜਾਣਾ ਪਤਾ ਲੱਗ ਜਾਣਾ ਕਿ ਕੋਈ ਦੇਖਦਾ ਤਾਂ ਨਹੀਂ ਆ it was different but it changed with time it changed with time ਹੁਣ ਆਪਾਂ ਤੁਸੀਂ ਸਟੇਜ ਤੇ ਜਾਂਦੇ ਹੋ ਯੂ نو ਆਪਾਂ ਜਿਹੜੀ ਸੋਸਾਇਟੀ 'ਚ ਹੈਗੇ ਆ ਆਪਾਂ ਕਲਚਰ 'ਚ ਹੈਗੇ ਆ ਆਪਾਂ ਪੰਜਾਬੀ ਕਮਿਊਨਿਟੀ 'ਚ ਹੈ ਰਾਈਟ ਸੋ you wear bikini in the competitions ਜਿੱਥੇ ਤੁਹਾਨੂੰ obviously it's a part of the game right does it bother you anymore ਹੁਣ ਤੁਹਾਨੂੰ ਲੱਗਦਾ ਹੈ ਜਾਂ ਤੁਹਾਨੂੰ ਕਦੇ ਕੋਈ ਕਮੈਂਟਸ ਆਉਂਦੇ ਨੇ ਜਾਂ ਇਨਬਾਕਸ 'ਚ ਕੋਈ ਮੈਸੇਜ ਕਰਦਾ ਹੈ ਕਿ you are doing this people do that ਹਾਲੇ ਵੀ ਕਰਦੇ ਨੇ ਹਜੇ ਵੀ ਕਰਦੇ what do they say can you just give me some you know what exactly they say you ਹੁਣ ਵੀ how much steroids you take okay yeah or you feel happy getting naked okay at stage that's what ਹਲੇ ਵੀ ਕਰਦੇ ਨੇ ਹਜੇ ਵੀ ਜੇ ਤੁਸੀਂ ਹੁਣ ਮੇਰਾ ਪੋਸਟ ਪਾਇਆ ਸੀ 21 years anniversary ਦਾ ਕਾਫੀ ਉੱਥੇ ਨੈਗੇਟਿਵ ਕਮੈਂਟ ਆਏ ਪਹਿਲਾਂ ਤਾਂ ਮੈਂ ਟਰਾਈ ਕੀਤਾ ਥੋੜੇ ਜਿਹੇ ਆਏ 200-300 ਬੰਦਾ ਤਾਂ ਮੈਂ ਬਲੌਕ ਕੀਤਾ ਘੱਟੋ ਘੱਟ ਅੱਛਾ up to 300 people I blocked then it's keep coming on like forget it let them it is what it gives them satisfaction that this is not normal how you have done after 21 years how you can look like this of course they have to say it ਪਰ ਮੈਂ ਥੋੜਾ ਜਿਹਾ ਹੈਰਾਨ ਹਾਂ ਵੈਸੇ ਇਸ ਗੱਲ ਤੇ ਮੈਂ ਸਮਝ ਸਕਦਾ ਹਾਂ ਕਿ you know when you start everyone will put a question mark on you ਸਾਰੇ ਕਰਦੇ ਨੇ ਜਦੋਂ ਤੱਕ ਤੁਸੀਂ ਜਿੱਤ ਨਹੀਂ ਰਹੇ ਨਾ everyone will put a question mark on you but when you start winning and doing well ਤੁਸੀਂ ਸਭ ਦਾ ਨਾਮ ਵੀ ਉੱਤੇ ਲੈ ਕੇ ਜਾ ਰਹੇ ਹੋ and if they still message you there is something wrong with those kind of people then but they are existing why so many women in our community have so much potential when I tell them hey why you're not coming out this is the fear ਕਿ ਕੋਈ ਕੀ ਬੋਲੂਗਾ ਜਾਂ ਜੇ ਕਿਸੇ ਨੇ ਮੈਨੂੰ ਬੈਡ ਕਮੈਂਟ ਕੀਤਾ I'm like so what but I don't know they still have not overcome those barriers so they have put themselves in the barriers right so I think we have so much potential in our community still ਪਰ ਫਿਰ ਮੈਂ ਦੇਖਦੀ ਹਾਂ ਦੂਜੇ ਪਾਸੇ ਜਿਨ੍ਹਾਂ ਵਿੱਚ potential ਨਹੀਂ ਗਾ ਕਈਆਂ ਦੇ ਵਿੱਚ they are very open they are inspiring other people and it just feels so wrong to me sometimes I'm like true ਤੁਹਾਨੂੰ ਪਤਾ ਹੈ ਜਦੋਂ ਮੈਂ ਸਟਰੀਟ ਇੰਟਰਵਿਊ ਕਰਦਾ yeah and I talk to these you know girls or men ਜੋ ਵੀ ਮੈਨੂੰ ਮਿਲਦਾ ਰਸਤੇ whoever I can sometimes you know let's say I'm talking about the girls ਪੰਜਾਬੀ ਕੁੜੀਆਂ ਦੀ ਗੱਲ ਕਰਦਾ ਕਈ ਵਾਰ ਖੁੱਲ ਕੇ ਬੋਲ ਦਿੰਦੇ ਆ kind of you know what this is how it is this is how we feel whatever right and when I post it and the video gets viral I get the messages especially from Punjabi community ਦੀ ਗੱਲ ਆ ਠੀਕ ਹੈ ਮੁੰਡਿਆਂ 'ਚ ਵੀ ਹੁੰਦਾ ਪਰ ਕੁੜੀਆਂ 'ਚ ਜ਼ਿਆਦਾ ਕਿ kind of ਸਾਨੂੰ you know can you just take off the video from really here they do that yes and I'm like okay ਮੈਂ ਫਿਰ ਮੈਂ ਉਹਨੂੰ ਪੁੱਛਦਾ ਕਿ okay I will do that but I just want to know why do you feel this way and then they are like you know because these guys are you know talking shit about us there you go they are messaging us ਇਨਬਾਕਸ ਕਰ ਰਹੇ ਨੇ ਸਾਨੂੰ ਲੱਭ ਕੇ ਮੇਰੀ ਯੂਨੀਵਰਸਿਟੀ 'ਚੋਂ ਮੈਨੂੰ ਮੈਸੇਜ ਆਉਣ ਲੱਗ ਗਏ ਕਿ ਤੇਰੀ ਆ ਵੀਡੀਓ ਆਈ ਸੀਗੀ ਉਹ ਵੀ ਤੁਸੀਂ ਛੱਡੋ ਜਿਹੜੇ ਲੋਕੀ ਉੱਤੇ ਹੀ ਕਮੈਂਟ ਕਰ ਦਿੰਦੇ ਹਾ ਇਹਨੂੰ ਬੋਲਣਾ ਨਹੀਂ ਆਉਂਦਾ ਹਾ ਯੂ ਆਰ ਸਟੂਪਿਡ ਹਾ ਲਾਈਕ ਸਮਥਿੰਗ ਲਾਈਕ ਦੈਟ ਕਈ ਹਜੇ ਉਹ ਲੈ ਨਹੀਂ ਸਕਦੇ they are not strong enough I don't know ਸਹੀ ਗੱਲ ਹੈ I don't know no they put question mark on everything trust me okay even when I go out and talk in English ਜਾਂ ਪੰਜਾਬੀ ਜਾਂ ਹਿੰਦੀ ਕੋਈ ਮਰਜ਼ੀ ਕਿ ਮੈਂ speak every language that's okay ਠੀਕ ਹੈ and ਜਦੋਂ ਕੋਈ ਸਾਹਮਣੇ ਤੋਂ ਲੈਟਸ ਸੇ ਮੈਂ ਕਿਸੇ ਨੂੰ ਪੰਜਾਬੀ 'ਚ ਪੁੱਛ ਲਿਆ ਤੇ ਸਾਹਮਣੇ ਤੋਂ ਇੰਗਲਿਸ਼ 'ਚ ਜਵਾਬ ਦੇਤਾ ਕਿਸੇ ਪੰਜਾਬੀ ਬੰਦੇ ਨੇ
ਉਹ ਵੀ ਪ੍ਰੋਬਲਮ ਨਾਲ ਲਈ ਕਿ ਇਹ ਇੰਗਲਿਸ਼ 'ਚ ਬੋਲਿਆ ਕਿਵੇਂ ਲਾਈਕ ਕਹਿੰਦਾ ਯਾਰ ਇਹਨੇ ਪੰਜਾਬੀ 'ਚ ਪੁੱਛਿਆ ਵਾਈ ਆਰ ਯੂ ਸਪੀਕਿੰਗ ਇਨ ਇੰਗਲਿਸ਼ Of course, they are sitting in their home on their sofas, hiding somewhere, not doing anything special, and they're so bored out of their life just because they don't want to do anything. Why not we stop someone else? And That's what it. it hurts? Nothing. It takes 1 second, but it does stop so many people. True. They do their work, True. and they're winning. And they're winning. They're winning. Yes, true. Yeah. When we stop, they're winning. So I don't know. You also you mentioned about steroids ਹੈ ਨਾ ਆਪਾਂ steroids ਦੀ ਗੱਲ ਵੀ ਕਰਾਂਗੇ Okay, ਚਲੋ. is there something wrong ਪਹਿਲੀ ਗੱਲ ਤਾਂ ਮੈਂ ਦੇਖੋ ਮੈਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਇੰਨੀ about steroids or fitness ਮੇਰੀ ਰੈਗੂਲਰ ਜਿਵੇਂ ਤੁਸੀਂ ਕਿਹਾ 30 minutes I exercise for 40 minutes every single day, that's it, same exercise ਕਰ ਰਿਹਾ ਮੈਂ, ਕੋਈ ਚੇਂਜ ਨਹੀਂ। ਓਕੇ, ਇਹਦਾ ਮਤਲਬ ਤੁਹਾਨੂੰ ਚੇਂਜ ਕਰਨ ਦੀ ਲੋੜ ਹੈਗੀ ਹੈ, ਮੈਨੂੰ ਪਤਾ, ਹਾਂ ਕਰਨ ਦੀ ਲੋੜ ਹੈਗੀ ਹੈ, ਪਰ ਮੈਂ ਸੇਮ ਐਕਸਰਸਾਈਜ਼ ਕਰ ਰਿਹਾ ਪਿਛਲੇ 1 ਸਾਲ ਤੋਂ 1.5 ਸਾਲ ਤੋਂ। ਓਕੇ, ਟਾਕਿੰਗ ਅਬਾਊਟ ਦ ਸਟੀਰੋਇਡਸ, ਜਿਹੜੇ ਲੋਕ ਸਟੀਰੋਇਡਸ ਲੈਂਦੇ ਨੇ ਪਹਿਲੀ ਗੱਲ ਜਾਂ ਲੈ ਵੀ ਰਹੇ ਨੇ, ਵਾਟ ਇਜ਼ ਰੋਂਗ ਇਨ ਦੈਟ? ਕੁਝ ਗਲਤ ਹੈ ਸਟੀਰੋਇਡਸ ਲੈਣਾ? ਆਈ ਡੋਨਟ ਨੋ। ਰੋਂਗ ਤਾਂ ਤੁਹਾਨੂੰ ਰੈਗੂਲਰ ਮੈਡੀਸਿਨ ਖਾਣ 'ਚ ਵੀ ਬਹੁਤ ਕੁਛ ਆ, ਰੋਂਗ ਤਾਂ ਪ੍ਰੋਟੀਨ ਸ਼ੇਕ ਵਿੱਚ ਪੀਣ 'ਚ ਵੀ ਬਹੁਤ ਆ, ਰੋਂਗ ਤਾਂ ਡਰੱਗਸ ਖਾਣ 'ਚ ਵੀ ਬਹੁਤ ਆ, ਰੋਂਗ ਤਾਂ ਅਲਕੋਹਲ ਪੀਣ 'ਚ ਵੀ ਬਹੁਤ ਆ। ਸੋ ਰੋਂਗ ਆਈ ਡੋਨਟ ਨੋ, ਜੇ ਤੁਸੀਂ ਰੋਂਗ ਲੱਭੋਗੇ ਤੁਹਾਨੂੰ ਰੋਂਗ ਹੀ ਲੱਭੂਗਾ। ਆਈ ਡੋਨਟ ਨੋ ਵਧੀਆ ਕੀ ਹੈ ਸਟੀਰੋਇਡਸ ਲੈਣ 'ਚ? ਇਟ ਡਿਪੈਂਡਸ ਔਨ ਦ ਗੋਲ, ਇਟ ਡਿਪੈਂਡਸ। ਸਟੀਰੋਇਡਸ ਕਈ ਆਪਣੀ ਸੋਸਾਇਟੀ ਦੇ ਵਿੱਚ ਇਲਨੈਸਿਸ, ਬਹੁਤ ਡਾਕਟਰ ਸਟੀਰੋਇਡਸ ਦੇ ਰਹੇ ਆ ਟੂ ਫਿਕਸ ਦੋਜ਼ ਇਲਨੈਸਿਸ ਔਰ ਟੂ ਗੈਟ ਦ ਪੇਸ਼ੈਂਟ ਸਟਰੋਂਗਰ। ਪਰ ਸਟੀਰੋਇਡਸ ਵੀ ਕਾਫੀ ਕਿਸਮਾਂ ਦੇ ਆਉਂਦੇ ਆ, ਇੰਜੈਕਸ਼ਨਸ ਆਉਂਦੇ ਆ, ਠੀਕ ਹੈ, ਗੋਲੀਆਂ ਆਉਂਦੀਆਂ ਆ, ਓਪਨਲੀ ਅਵੇਲੇਬਲ ਨਹੀਂ ਗੇ ਕੈਨੇਡਾ ਦੇ ਵਿੱਚ। ਕਈ ਕੰਟਰੀਆਂ ਹੈਗੀਆਂ ਜਿੱਥੇ ਓਪਨਲੀ ਅਵੇਲੇਬਲ ਨੇ, ਪਰ ਆਫ ਕੋਰਸ ਦੇਅਰ ਆਰ ਸੋਰਸਸ, ਇਫ ਪੀਪਲ ਵਾਂਟ ਟੂ ਗੈਟ ਦੇ ਕੈਨ। ਪੀਪਲਸ ਜਦੋਂ ਆਪਾਂ ਹੁਣ ਬੋਡੀ ਬਿਲਡਿੰਗ ਕੰਪੀਟੀਸ਼ਨ ਜਾਂਦੇ ਆ, it's very controversial though, but do people have to take steroids competition 'ਚ ਜਦੋਂ competition 'ਚ ਤੁਸੀਂ ਹੈਗੇ ਹੋ ਜੇ ਉੱਥੇ ਜਿੱਤਣਾ? I get it, of course. I will say, yeah, most of them they do. There might be some natural. मैं ये नहीं कह रही कि वो ले रहे हैं तो बहुत हैवी सिर्फ स्टेरॉइड, कल्ले स्टेरॉइड्स कुछ नहीं करते कनव। ओके, ਤੁਹਾਨੂੰ ਹਾਰਡ ਵਰਕ ਪੂਰਾ ਕਰਨਾ ਪੈਣਾ, ਤੁਹਾਡੀ ਮਸਲ ਮੈਚੁਰਿਟੀ ਵੀ ਪੂਰੀ ਚਾਹੀਦੀ ਹੈ, ਤੁਹਾਨੂੰ ਪ੍ਰੋਪਰ ਖਾਣਾ ਖਾਣਾ ਪੈਣਾ, ਤੁਹਾਨੂੰ ਸਕੈਜੂਲ ਪੂਰਾ ਫੋਲੋ ਕਰਨਾ ਪੈਣਾ, ਰੈਸਟ, ਵਾਟਰ ਇਨਟੇਕ, ਫੂਡ, ਨੀ supplement, sleep, everything still matters. So ਇਹ ਨਹੀਂ ਕਿ ਸਟੀਰੋਇਡ ਨੇ ਕਿ ਤੁਸੀਂ ਖਾ ਲਿਆ ਤੇ ਬਹਿ ਗਏ ਤੁਸੀਂ, no, ਤਗੜੇ ਹੋ ਜਾਓਗੇ। no, it doesn't work that way. You still have to follow those process. There are some athletes who does not take steroids, they just take a supplementation. There are lots of supplements which can also helps to boost the muscle. So of course they can get really good at that as well. ਜਿਹੜੇ ਫਿਟਨੈਸ ਟ੍ਰੇਨਰ ਹੁੰਦੇ ਨੇ, ਜਿਵੇਂ ਤੁਸੀਂ ਫਿਟਨੈਸ ਟ੍ਰੇਨਰ ਵੀ ਹੋ ਜੀ, ਜਦੋਂ ਤੁਹਾਡੇ ਕੋਲ ਕੋਈ ਆਂਦਾ ਹੈ, ਦੇ ਸੇ ਯੂ ਨੋ ਵਾਟ ਕੈਨ ਯੂ ਹੈਲਪ ਅਸ ਟ੍ਰੇਨ ਆਰ ਬੋਡੀ, ਕਿ ਵਾਟ ਆਰ ਦ ਕਾਮਨ ਕੁਐਸਚਨਸ ਦੇ ਆਸਕ ਯੂ ਵੈਨ ਦੇ ਕਮ ਟੂ ਯੂ, ਵਾਟ ਆਰ ਦੀ complaints they do later when they are exercising or they are doing, what are they asking exactly? Main question always ਇਹ ਹੁੰਦਾ ਹੈ ਕਿ ਕਿੰਨਾ ਟਾਈਮ ਲੱਗੂਗਾ ਪਾਰ ਲੂਸ ਹੋਣ ਨੂੰ, that's it. ਕਿੰਨਾ ਟਾਈਮ ਲੱਗੂਗਾ ਪਾਰ ਲੂਸ ਹੋਣ? ਇਹਦਾ ਕੋਈ ਆਨਸਰ ਹੈਗਾ ਆਪਣੇ ਕੋਲ? ਮੈਂ ਆਲਵੇਜ਼ ਉਹਨਾਂ ਨੂੰ ਕਹਿੰਦੀ ਹਾਂ ਮੈਨੂੰ ਨਹੀਂ ਪਤਾ, ਤੁਹਾਡੇ ਤੇ ਡਿਪੈਂਡ ਆ। ਆਈ ਐਮ ਹੇਅਰ ਟੂ ਗਾਈਡ ਯੂ, ਤੁਹਾਡੀ ਮਿਹਨਤ ਆ, ਜਿੰਨਾ ਪਾਉਂਗੇ ਨਿਕਲੂਗਾ। ਮਾਈ ਆਨਸਰ ਡਜ਼ ਨਾਟ ਚੇਂਜ। ਆਮ ਲਾਈਕ ਇਟਸ ਅਪ ਟੂ ਯੂ. You have to follow the meal plan, you have to cook, you have to sleep, you have to drink water, you have to work out, you have to find time for cardio. You give me the answer. I don't know. Simple as that. So do you take in the clients according to the mindset is how not to see? No. You're like, no. I don't care. I do not discriminate. I don't discriminate. हाँ, मैं समझ गया। Doesn't matter कोई strong आ, कोई weak आ, कोई कित्थे आ, कोई no. When you see these people who are fit, disciplined, do you see ਉਹਨਾਂ ਦੀ ਜੋ ਲਾਈਫ 'ਚ ਪ੍ਰੋਡਕਟਿਵਿਟੀ ਅਦਰਵਾਈਜ਼ ਹੈ ਅਦਰ ਫੀਲਡਸ ਦੇ ਵਿੱਚ ਉਹ ਬੈਟਰ ਹੈ? ਤੁਸੀਂ ਸਿਰਫ ਬਾਡੀ ਬਿਲਡਰ ਬਾਰੇ ਗੱਲ ਕਰ ਰਹੇ ਹੋ ਕਿ ਅਦਰਵਾਈਜ਼ ਇਨ ਲਾਈਫ? 100% ਐਬਸੋਲਿਊਟਲੀ। ਜਦੋਂ ਤੁਸੀਂ ਵਰਕਆਊਟ ਕਰਦੇ ਆ, ਇੱਕ ਤਾਂ ਤੁਹਾਨੂੰ ਫੀਲ ਬੈਟਰ ਹੁੰਦੀ ਆ, ਤੁਹਾਡੇ ਹਾਰਮੋਨਸ ਬਹੁਤ ਹੈਪੀ ਰਹਿੰਦੇ ਆ। ਦੂਜੀ ਗੱਲ ਆ ਕਿ ਤੁਸੀਂ ਐਕਸਰਸਾਈਜ਼ ਕਰਦੇ, ਤੁਸੀਂ ਹੈਲਥੀ ਆਪਸ਼ਨ ਖਾਂਦੇ ਆ। ਠੀਕ ਹੈ।
ਖਾਣੇ ਦਾ ਵੀ ਆਪਣੀ ਬਾਡੀ ਵਿੱਚ ਬਹੁਤ ਅਸਰ ਪੈਂਦਾ ਆ। ਫਿਰ ਤੁਸੀਂ ਥੱਕ ਵੀ ਜਾਂਦੇ ਆ, ਤੁਹਾਨੂੰ ਨੀਂਦ ਸੋਹਣੀ ਆਉਂਦੀ ਆ, ਤੁਸੀਂ ਸੋਹਣੇ ਲੱਗਦੇ ਆ ਕਿਉਂਕਿ ਤੁਹਾਡੀ ਬਾਡੀ ਸ਼ੇਪ ਵਧੀਆ ਆ। ਸੋ ਆਫ ਕੋਰਸ ਇਹ ਸਾਰੀਆਂ ਚੀਜ਼ਾਂ ਦਾ ਐਵਰੀਡੇ ਲਾਈਫ 'ਤੇ ਬਹੁਤ ਬਹੁਤ ਅਸਰ ਪੈਂਦਾ। ਜਿਹੜਾ ਚਲੋ ਮੈਂ ਇਹ ਕੁਐਸਚਨ ਬਹੁਤ ਲੋਕ ਐਵੇਂ ਗੱਲਬਾਤ ਮੈਂ ਦੇਖਦਾ ਹੁੰਦਾ ਪੀਪਲ ਆਸਕ, ਕਈ ਵਾਰ ਲੋਕਾਂ ਨੂੰ, ਮੈਨੂੰ ਇੱਕ ਵਾਰੀ ਆਈ ਵਾਸ ਸਿਟਿੰਗ ਵਿਦ ਸਮਨ, ਸ਼ੀ ਇਜ਼ ਲਾਈਕ ਕਹਿੰਦਾ ਮੈਂ ਯਾਰ ਮੇਰਾ ਨਾ ਫੇਸ ਨਹੀਂ ਪਤਲਾ ਹੋ ਰਿਹਾ, ਬਾਡੀ ਤਾਂ ਪਤਲੀ ਹੋ ਗਈ, what do they do about their face if someone wants a ਪੱਕਾ chiseled face, slim face, how do they work out? ਕੀ ਕਰਨ ਨੂੰ ਆਪਦੇ ਲਾਈਕ ਮੈਂ ਸਪੈਸ਼ਲੀ someone was, is it about the food or exercise? Both. I will say food is more. Food is more? Food is more, yeah. Okay. ਕੀ ਇਹਦਾ ਕੋਈ ਸੋਲੂਸ਼ਨ ਹੈਗਾ? ਕਈਆਂ ਨੂੰ ਬਲੋਟਿੰਗ ਬਹੁਤ ਹੋ ਜਾਂਦੀ ਆ, ਹੋ ਸਕਦਾ ਕਿ ਵਾਟਰ ਵੇਟ ਉਹਨਾਂ ਦੀ ਬਾਡੀ ਹੋਲਡ ਕਰਦੀ ਹੋਵੇ। ਜੋ ਤੁਸੀਂ ਵਾਟਰ ਵੇਟ ਹੋਲਡ ਕਰਦੇ ਯੂ ਹੋਲਡ ਐਵਰੀਵੇਅਰ। Dandelion tea can help. Okay. Get rid of water weight. Then there are watertight pills. Okay. ਕਿਸੇ ਦਾ ਕੋਈ special day ਆ, ਹਫਤਾ ਚਾਰ ਥੋੜਾ ਦਿਨ ਲੰਦੇ ਆਂਦੇ feel like oh my god I'm so bloated, I'm not feeling well, they can take that, it will help. Eating high protein diet, not eating carbs at night time, and doing HIIT training. ਜਿੱਥੇ ਤੁਹਾਡੀ ਹਾਰਟ ਰੇਟ ਅਪ ਹੋਵੇ, ਸੋ ਯੂ ਆਰ ਬਰਨਿੰਗ ਸੋ ਮੈਨੀ ਕੈਲੋਰੀਜ਼। ਆਲਸੋ ਸਿਟਿੰਗ ਇਨ ਦ ਸੌਨਾ, ਸੋ ਯੂ ਕੈਨ ਗੈਟ ਰਿਡ ਆਫ ਐਕਸੈਸ ਵਾਟਰ। ਆਲ ਥੀਸ ਥਿੰਗਸ ਕੈਨ ਹੈਲਪ। ਡਸ ਕਾਰਡੀਓ ਰੀਅਲੀ ਹੈਲਪ? ਬਹੁਤ ਲੋਕ ਆਉਂਦੇ ਨੇ ਜਿਮ ਦੇ ਵਿੱਚ ਤੇ ਉਹ ਬਸ ਭੱਜ ਰਹੇ ਹੁੰਦੇ ਨੇ, ਮੈਂ ਦੇਖ ਰਿਹਾ ਉਹਨਾਂ ਨੂੰ ਭੱਜ ਰਹੇ ਹੁੰਦੇ ਨੇ, ਦੇ ਕੰਮ ਦੇ ਭੱਜਦੇ ਨੇ ਤੇ ਚੱਲ ਜਾਂਦੇ ਨੇ। ਆਫ ਕੋਰਸ। Does it really help your body lose weight or do anything? I don't know about losing weight in cardio ਕਿਉਂਕਿ ਮੈਂ ਵੀ ਬਹੁਤ ਸਾਲ ਨੱਠੀ ਹਾਂ। I was used to be a runner. ਜਦੋਂ ਮੈਂ ਸ਼ੁਰੂ ਕੀਤਾ ਸੀ ਮੈਨੂੰ ਸਿਰਫ ਇਹੀ ਪਤਾ ਸੀ ਤੁਰਨਾ ਤੇ ਨੱਠਣਾ। ਠੀਕ ਹੈ। ਸੋ ਮੈਂ ਤੁਰਦੀ ਨੱਠਦੀ 2 ਸਾਲ ਰਹੀ ਹਾਂ, ਪਰ ਮੇਰਾ ਭਾਰ ਜ਼ਰੂਰ ਘਟਿਆ, ਫਰਕ ਤੇ ਪੈਂਦਾ ਹੈ ਐਬਸੋਲੂਟਲੀ। ਪਰ ਕਾਰਡੀਓ ਤੁਹਾਡੇ ਹਾਰਟ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਕਾਰਡੀਓਵੈਸਕੂਲਰ ਤੁਹਾਨੂੰ 20 ਮਿੰਟ ਕਰਨੀ ਤੁਹਾਡੇ ਹਾਰਟ ਲਈ ਬਹੁਤ ਵਧੀਆ ਹੈ। ਸੋ ਆਕਸੀਜਨ ਪ੍ਰੋਪਰਲੀ ਪੰਪ ਹੁੰਦਾ, ਵਾਈ ਨਾਟ? I think we all should, but strength training is more important than cardio. For example, ਜੇ ਤੁਸੀਂ 5 ਦਿਨ ਜਿਮ 'ਚ ਜਾਂਦੇ ਆ, ਤੁਸੀਂ 5 ਦਿਨ ਕਾਰਡੀਓ ਨਾ ਕਰੋ, 2 ਦਿਨ ਕਾਰਡੀਓ ਕਰ ਲਓ, 3 ਦਿਨ ਸਟਰੈਂਥ ਟ੍ਰੇਨਿੰਗ 'ਤੇ ਫੋਕਸ ਕਰੋ। ਸੈਂਡੀ, ਤੁਸੀਂ ਫਿਟਨੈਸ 'ਚ ਹੈਗੇ ਹੋ, ਤੁਸੀਂ ਕੰਪੀਟੀਸ਼ਨ ਵੀ ਕਰ ਰਹੇ ਹੋ, ਸੋ ਵਾਟਸ ਅ ਗੋਲ ਫਰੋਮ ਹੇਅਰ? ਹਲੇ ਤਾਂ ਬਹੁਤ ਕੁਝ ਕਰਨਾ ਲਾਈਫ 'ਚ, ਆਈ ਐਮ ਸ਼ੋਰ, ਰਾਈਟ? ਆਫ ਕੋਰਸ। ਕੀ ਸੋਚਿਆ ਤੁਸੀਂ? ਵਾਟਸ ਦ ਪਲਾਨ ਹੇਅਰ? Yes. I need to do so much before I die. I tell my kids all the time, ਜਦੋਂ complain ਕਰਦੇ ਮੈਂ ਕਹਿੰਦਾ ਨਾ complain ਕਰੋ, please don't complain. I'm like, I wish I can go back at your age. I want to do so much. I'm like, ਅਕਲ ਹੀ ਇੰਨੀ ਲੇਟ ਆਈ। Jeez, ਅਕਲ ਆਉਂਦੇ ਆਉਂਦੇ ਰਿਸਪੌਂਸਿਬਿਲਿਟੀਆਂ, life, and then so many challenges happen over the years. So many challenges happen. Then life goes on. Right. I'm like, ਮੈਨੂੰ ਨਹੀਂ ਪਤਾ ਹਜੇ ਕੀ ਕੁਛ ਕਰਨਾ। Time will tell. I have nothing planned, as I mentioned. I do daily action. I go through daily challenges. That's about it. When you see all the other women around you, ठीक है? Yeah. What do you really feel ਕਿ ਯਾਰ ਕਾਸ਼ ਇਹ ਗੱਲ ਇਹ ਸਮਝ ਜਾਣ ਜਾਂ ਇਹਨਾਂ 'ਚ ਇਹ ਚੇਂਜ ਆ ਜੇ? ਸਭ ਤੋਂ ਵੱਡੀ ਗੱਲ ਮੈਂ ਜੇ ਚਾਹੁੰਦੀ ਹਾਂ ਕਿ ਪੀਪਲ ਸਮਝਣ, ਇੱਕ ਗੱਲ ਨੂੰ ਸਮਝਣ, ਸਭ ਤੋਂ ਵੱਡੀ ਗੱਲ ਕਿ ਫੈਮਿਲੀ ਦੇ ਵਿੱਚ ਹੀ ਆਪਾਂ ਇੱਕ ਦੂਜੇ ਨੂੰ ਪੁੱਟ ਡਾਊਨ ਕਰਨ ਦੇ ਲੱਗੇ ਹੋਏ ਹਾਂ। ਸਹੀ ਗੱਲ ਆ। ਕਿਸੇ ਦਾ ਭੈਣ, ਕਿਸੇ ਦਾ ਭਰਾ, ਕਿਸੇ ਦੀ ਵਾਈਫ, ਕਿਸੇ ਦਾ ਹਸਬੈਂਡ, ਵਾਈ? But already there are so many enemies. Why don't you work together? That's about it. That's the biggest thing I feel we should work on. Very nicely said. ਕਿਉਂ ਬਾਹਰ ਤਾਂ ਲੋਕ ਲੱਗੇ ਹੋਏ ਨੇ, ਘਰੇ ਹੀ ਤੁਸੀਂ ਇੱਕ ਦੂਜੇ ਨਾਲ ਲੜਿਆ, ਮੇਰੀ ਅੱਜ ਹਸਬੈਂਡ ਨੇ ਇੱਦਾਂ ਕਿਹਾ, ਅੱਜ ਇੱਦਾਂ ਹੋ ਗਿਆ, ਜਾਂ ਮੇਰੀ ਸਿਸਟਰ ਇਨ ਲਾਅ ਨੇ ਇੱਦਾਂ ਕਿਹਾ। ਹਮ go exercise. go I don't know what to say. Then I'm gonna do this. They are just planning those small revenges throughout the life. ਜੋ ਕੁਛ ਕਰਨਾ ਚਾਹੀਦਾ ਸੀ ਉਹਨੂੰ ਭੁੱਲ ਹੀ ਗਿਆ, ਲਾਈਫ ਨੂੰ ਭੁੱਲ ਹੀ ਗਿਆ। ਬਸ ਉਹ ਜਿਹੜੇ ਇੰਨੇ ਕੁ ਏਰੀਏ ਦੇ ਵਿੱਚ 4-5 ਬੰਦੇ ਸੀ ਆਪਸ ਵਿੱਚ ਹੀ ਬਸ। Does health, fitness and money, all of them, they go hand in hand? Ke health, fitness, money, I would say no. No.
No. There are many people who are not very well paid off. They are very healthy. There are very people who are very well paid off and they're not healthy. Not healthy. So no, it doesn't go hand in hand. Mixed Mixed response. answer. Yeah. Mixed What is the response. weirdest thing someone said to you ਕਿ ਕਿਸੇ ਨੇ ਤੁਹਾਨੂੰ ਕਦੇ ਕੁਝ ਕਿਹਾ ਹੈ ਜਿਹੜਾ ਤੁਹਾਨੂੰ ਲੱਗਾ ਕਿ ਯਾਰ what was this, ਚਾਹੇ ਉਹ ਇੰਸਟਾਗ੍ਰਾਮ ਤੇ ਕਿਆ ਹੋਵੇ, ਚਾਹੇ ਇਨ ਯੋਰ ਲਾਈਫ ਕਿਆ ਹੋਵੇ, ਕਿਸੇ ਬਾਹਰਲੇ ਬੰਦੇ ਨੇ ਕੁਝ ਹੈ ਕੁਝ ਵੀ weird ਚੀਜ਼ ਜੋ ਬੋਲੀ ਹੋਵੇ ਰਿਲੇਟਡ ਟੂ ਬੋਡੀ ਬਿਲਡਿੰਗ ਜਾਂ what you do ਜਾਂ how you look, ਕਦੇ ਕਿਹਾ ਕਿਸੇ ਨੂੰ? Maybe I haven't paid attention. Also, I have That's the way to go. one weakness. I sometimes I don't pay attention. I'm very oblivious. That word. So मैं कई बार बहुत unaware हो जाती है कि की हो रहा है क्योंकि मैं अपने आप ची नहीं गवाची हुई हूँ. I have so much going on inside me and thinking. I seriously I forget what's going on around me. No, that's And actually that's, very good. You think it's good, but I feel like I don't know. I need to be. The less you care about other people, it is better for us. ਮੈਂ ਜਦੋਂ ਸ਼ੁਰੂ ਚ ਅਸੀਂ ਕੰਮ ਕਰਦੇ ਸੀ ਕੁਝ ਵੀ I see a lot of people commenting and saying ਯਾਰ ਇਹ ਨਾ ਨਹੀਂ ਹੋਇਆ ਇਹ ਨਹੀਂ ਲਾਈਕ ਕੁੜੀਆਂ ਦਾ ਸਭ ਚੈਲੰਜ ਚੱਲ ਜਾਂਦੇ ਆ ਇਹ Instagram. ਮੈਂ ਕਿਹਾ ਯਾਰ I don't care what is going on here. Yeah. I only care about that I have to put my best thing out there. Yeah. If someone likes it, it's okay. They don't like it, I will improvise. ਤੇ ਮੈਂ ਸਾਰਿਆਂ ਨੂੰ ਖੁਸ਼ ਵੀ ਨਹੀਂ ਕਰ ਸਕਦੇ ਆਪਾਂ. No. No. Right? You can only give your best shot and that's it. And if it's your dream, you do what you have to do. Simple as That's it. So I think ਮੈਨੂੰ ਲੱਗਦਾ ਹੈ ਕਿ And failing, ਪਤਾ ਨਹੀਂ ਕਿਉਂ ਸਾਰੇ ਫੇਲਿੰਗ ਹੋਣ ਤੋਂ ਡਰਦੇ ਆ. ਨਾ ਆਪ ਹੋਣਾ ਮੰਗਦੇ ਆ ਨਾ ਦੂਜੇ ਨੂੰ ਹੋਣ ਦਿੰਦੇ ਆ. ਮਤਲਬ ਕਿ ਨਾ ਉਹਨਾਂ ਨੇ ਆਪ ਟਰਾਈ ਕਰਨੀ ਆ ਨਾ ਦੂਜੇ ਨੂੰ ਟਰਾਈ ਕਰਨ ਦੇਣੀ ਆ. It's just part of the life. Fail ਹੀ ਹੈ, ਚਲੋ ਦੇਖੀ ਜਾਓ. ਜਦੋਂ ਕੋਈ ਬੰਦਾ like this is very good that you brought it up when you fail in life even when during the competitions ਤੁਸੀਂ fail ਹੋ ਜਾਂਦੇ ਹੋ ਕਈ ਵਾਰ ਆਪਾਂ ਨਹੀਂ ਫਸਟ ਪੋਜੀਸ਼ਨ ਆਉਂਦੀ ਬਹੁਤ ਦੀ ਲਾਈਫ 'ਚ ਬਹੁਤ ਵਾਰੀ ਫੇਲ ਹੋਇਆ. Don't worry. Not only ਹੈ ਨਾ ਆਪਾਂ fail ਹੁੰਦੇ ਆ right. ਬਹੁਤ ਵਾਰੀ ਹੋਇਆ. Yeah. So when you are down how do you feel that time? Do you feel you know what ਮੈਂ ਦੁਬਾਰੇ I will stand up and do it and do better and improvise and what not, right? No. I don't think that way. Not at all. When I'm down, I'm down. I will cry, but the only thing, discipline. I will still do everything. I will cook, clean, go to gym, make sure my kids do not miss any their practice. I make sure of that because that's very important for me. But internally, yeah, I'm broken, I'm sad, I'm very emotional. I might just cry alone, but yeah, I do get down. And do you feel people disappear when you're down? All the time. But that doesn't matter to me because those are anyway my struggles. Right. If there are people there or not, it's nice to just ask someone how they're feeling. Right. But normally they do. They do is disappear. Yeah. But one thing, Hanji. sorry, No, I'm going ਦੱਸੋ. to keep adding ਕਿ ਜਦੋਂ ਤੁਸੀਂ down ਹੁੰਦੇ ਆ, ਹਾਂਜੀ. keep doing the daily ਜਿਹੜੀ ਲਾਈਫ ਤੁਸੀਂ ਪਹਿਲਾਂ ਲਿਵ ਕਰਦੇ ਆ ਉਹੀ ਲਿਵ ਕਰ ਰਹੇ ਹੋ ਜਦੋਂ ਤੁਸੀਂ ਡਾਊਨ ਵੀ ਹੋ. Believe me, it's just a eye-opening experience. It's good to go through those feelings. So the ਮੈਨੂੰ basic ਲੱਗਦਾ ਹੈ ਕਿ foundation ਤੁਹਾਨੂੰ ਖਰਾਬ ਕਰਨੀ. ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅਦਰ ਸਾਈਡ ਵੀ ਕੋਇਨ ਦੀ ਐਕਸਪੀਰੀਅੰਸ ਹੋਣੀ ਚਾਹੀਦੀ ਆ. ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਊ ਐਕਚੁਅਲੀ ਯੂ ਫੀਲ ਵਨ ਯੂ ਆਰ ਡਾਊਨ. Yeah. ਨਹੀਂ ਦੱਸੋ. ਨਹੀਂ, that's it. I was like, I can be wrong, but this is how I feel. No, I think there's nothing wrong. ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ. ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਹ ਚੀਜ਼ ਸਮਝਣੀ ਜ਼ਰੂਰੀ ਹੈ. Sometimes we actually forget ਕਿ you have to follow the basic rules ਜਿਹੜੇ ਸਭ ਤੋਂ ਇੰਪੋਰਟੈਂਟ ਨੇ. ਇਹ ਵੀ ਗੱਲ ਹੈ ਪਰ ਇੱਕ ਗੱਲ ਹੋਰ ਵੀ ਆ ਕਿਉਂਕਿ ਕਈ ਬੰਦਿਆਂ ਨੂੰ ਮੈਂ ਪਾਸਟ ਵਿੱਚ ਮਿਲੀ ਹਾਂ. ਉਹਨਾਂ ਦੀਆਂ ਜਿਹੜੀਆਂ ਸਟਰਗਲ ਸੀਗੀਆਂ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਜਦੋਂ ਡਾਊਨ ਸੀ ਪਰ ਮੈਂ ਉਹਨਾਂ ਦੀਆਂ ਸਟਰਗਲ ਨੂੰ ਨਹੀਂ ਸਮਝ ਸਕੀ. ਸੋ ਮੈਂ ਸਿਰਫ ਉਹਨਾਂ ਨੂੰ ਸਿੰਪਥੀ ਦਿਖਾਈ ਆਮ ਸੌਰੀ ਜਿਹੜੀ ਕਿ ਅੰਦਰੋਂ ਨਹੀਂ ਸੀ. ਰਾਈਟ. ਸਿਰਫ ਉੱਪਰੋਂ ਸੀ ਤੇ ਬਾਹਰੋਂ ਸੀ. ਰਾਈਟ. ਕਿਉਂਕਿ ਮੈਂ ਰਿਲੇਟ ਨਹੀਂ ਕਰ ਸਕਦੀ ਸੀ ਉਸ ਪੇਨ ਦੇ ਨਾਲ. ਰਾਈਟ. ਪਰ ਜਦੋਂ ਮੈਂ ਉਸ ਪੇਨ ਦੇ ਗੋ ਥਰੂ ਗਈ then I thought back, I'm like, that's what they felt. Actually, I felt that pain. True. But now I talk different people with the same experience. Now I not only have sympathy, but I have empathy because I have felt those feelings. I think to understand,
That's why you should, if you're going through, that's okay. So you're very active in the community. Yes. I've seen that, right? You post videos, and also you are in the award shows and events as well. I've seen Yeah. you. Yeah. Does the hype or the Instagram following or the viewership does this get to your head when you are in these events and everyone knows you already? ਤੁਹਾਨੂੰ ਲੱਗਦਾ ਯਾਰ ਮੈਨੂੰ ਸਾਰੇ ਜਾਣਦੇ ਨੇ? ਓਕੇ, ਹੁਣ ਮੈਂ ਤੁਹਾਨੂੰ ਲਾਸਟ 2 ਗਾਲਿਆਂ ਬਾਰੇ ਦੱਸਦੀ ਹਾਂ। ਪਹਿਲਾਂ ਕੌਰ ਮੂਵਮੈਂਟ ਹੋ ਕੇ ਹਟਿਆ, ਹੁਣੇ ਟਾਈਮਸ ਆਫ ਕੈਨੇਡਾ, ਇਟ ਵਾਸ ਫਰਾਈਡੇ। ਹਾਂਜੀ, ਆਈ ਥਿੰਕ ਟਾਈਮਸ core movement was Friday as well. I'm not. I think Saturday. Saturday. ਹਾਂਜੀ, So Friday, I was up since 6. I was working till 2 p.m. I picked my kids from school 2:30. I make sure they have their proper lunch. I dropped them off at their sports by 5 p.m. Came home, make their dinner. I got ready 6 to 6:30. I have no pressure. Who I'm meeting, who is gonna be there, because I'm just going. My husband has asked. Come with me, and I show full respect to that. That's all it matters. The people are there, gonna be there, who might be prepping for the evening, for days, for week, but that's their priority. So no, it does not impact my day. right, It does not change my mood. It does not. I don't care. right. I'm there to present myself. That's who I am, and that's how I. You're just yourself. Yes, simple as that. Very nice. I see you know, under Kids Play Foundation, you guys talk about mental health a lot. ਹੈ ਨਾ, ਤੁਸੀਂ mental health ਦੀ ਬਹੁਤ ਗੱਲ ਕਰਦੇ ਹੋ। ਜੀ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸੋਸਾਇਟੀ 'ਚ ਆਪਾਂ ਹੈਗੇ ਆ ਇਨ ਕੈਨੇਡਾ, ਇਨ ਸਰੀ 'ਚ ਆਪਾਂ ਰਹਿੰਦੇ ਆ, ਇੱਥੇ ਮੈਂਟਲ ਹੈਲਥ ਤੁਹਾਨੂੰ ਲੱਗਦਾ ਕਿ ਇਸ਼ੂਜ਼ ਹੈਗੇ ਨੇ? ਬਹੁਤ ਜ਼ਿਆਦਾ ਹੈਗੇ ਨੇ ਇੱਥੇ ਆਪਣੀ ਬਰਾਊਨ ਜ਼ਿਆਦਾ ਫੈਮਿਲੀਜ਼? ਵੀ ਨਹੀਂ, ਕਿ ਉਹੀ ਇਸ਼ੂ ਜਿਹੜੇ ਮੈਂ ਤੁਹਾਨੂੰ ਅੱਗੇ ਕਹਿ ਕੇ ਹਟੇ ਹਾਂ ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਅਪਸੈਟ ਹੋ ਹੀ ਜਾਂਦੇ ਹਾਂ, ਐਂਡ ਵੀ ਆਰ ਕੀਪ ਰਿਪੀਟਿੰਗ ਇਟ। ਮੈਂਟਲ ਹੈਲਥ ਬਹੁਤ ਵਧੀ ਹੋਈ ਹੈ ਬਿਕੋਜ਼ ਵੀ ਆਰ ਕੀਪ ਟਾਕਿੰਗ ਅਬਾਊਟ ਮੈਂਟਲ ਹੈਲਥ। ਕੋਈ ਇਮੋਸ਼ਨ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਮੈਂਟਲ ਹੈਲਥ ਆ, ਯੂ ਆਰ ਸੈਡ, ਯੂ ਆਰ ਡਿਪਰੈਸਡ, ਨਾਟ ਰੀਅਲੀ, ਇਟਸ ਜਸਟ ਹਿਊਮਨ ਇਮੋਸ਼ਨਸ ਸਮਟਾਈਮ। ਸਹੀ ਗੱਲ ਹੈ। ਹੋ ਸਕਦਾ ਵਿਟਾਮਿਨ ਡੀ ਦੀ ਘਾਟ ਵੀ ਹੋਵੇ, ਕਈ ਵਾਰੀ ਉਹ ਵੀ ਹੁੰਦੀ ਆ। ਜੇ ਤੁਹਾਡੇ 'ਚ ਵਿਟਾਮਿਨ ਡੀ ਦੀ, ਜਿਹਨੂੰ ਕਿ ਹੈਪੀ ਵਿਟਾਮਿਨ ਕਹਿੰਦੇ ਆ, ਸਹੀ ਗੱਲ, ਉਹਦੀ ਘਾਟ ਕਰਕੇ ਵੀ ਤੁਹਾਨੂੰ ਕਈ ਵਾਰੀ ਡਿਪਰੈਸਡ ਫੀਲਿੰਗਸ ਹੋਣ ਲੱਗ ਜਾਂਦੀਆਂ, ਰਾਈਟ, ਕਿਉਂਕਿ ਆਪਾਂ ਬਾਹਰ ਸਨ ਦੇ ਵਿੱਚ ਘੱਟ ਆ। ਸੋ ਮੈਂਟਲ ਹੈਲਥ ਹੈਗੀ ਆ, ਕਾਫੀ ਹੱਦ ਤੱਕ ਹੈਗੀ ਆ, ਕਿਉਂਕਿ ਲਾਈਫ ਇੱਥੇ ਹਾਰਡ ਆ, ਐਵਰੀਥਿੰਗ ਇਜ਼ ਐਕਸਪੈਂਸਿਵ, ਪੀਪਲ ਆਰ ਵਰਕਿੰਗ ਹਾਰਡ, ਦੇ ਆਰ ਟਰਾਈਂਗ ਟੂ raise their families or whatever, but there are so many things ਜਿਨ੍ਹਾਂ ਨੂੰ ਮੈਂ ਕਈ ਵਾਰੀ ਬਿਨਾਂ ਮਤਲਬ ਤੋਂ ਮੈਂਟਲ ਹੈਲਥ ਦਾ ਨਾਮ ਵੀ ਦੇ ਦਿੱਤਾ ਜਾਂਦਾ, ਜਿਹੜੀਆਂ ਕਿ ਇੰਨੀਆਂ ਮੈਟਰ ਨਹੀਂ ਕਰਦੀਆਂ। when you see all these people, you know, new kids coming here, immigration ਹੁੰਦੀ ਹੈ। I'm also new technically, ਮੈਂ 7 ਸਾਲ ਹੀ ਹੋਏ ਨੇ ਮੈਨੂੰ। ਜਦੋਂ ਆਪਾਂ ਇੱਥੇ ਆਉਂਦੇ ਹਾਂ ਤਾਂ ਲੱਗਦਾ ਹੈ, when you look at these people who move here, how do you feel about them? Like ਤੁਸੀਂ ਕੀ ਸੋਚਦੇ ਹੋ ਕਿ what situations they might be going through? ਤੁਸੀਂ ਸੋਚਦੇ ਹੋ ਉਹ ਚੀਜ਼ ਬਾਰੇ? Absolutely, everything what they're going through. ਤੁਹਾਡੇ ਦਿਮਾਗ 'ਚ ਆਉਂਦੀ ਹੈ ਗੱਲ? I do. ਜਦੋਂ ਵੀ ਮੈਂ ਕੋਈ ਵੀ ਗੱਲ ਕਰਦੀ ਹਾਂ, for example, I try to keep myself in their feet, ਕਿ what they're going through. So I know their struggles are actually way too much. Let's say you're driving around, when you see people standing on the bus stops, the kids. Yeah, I always look at them eye to eye. It's not like that I'm just passing like another car. I want to see people. I look at them. When they look at back, I just want to accept them. It's acceptance, right? They're alone here. I don't know. I think they have a very tough life. Right now, yeah. Kids Play Foundation ਦੀ ਆਪਣੀ ਕਮਿਊਨਿਟੀ 'ਚ ਜ਼ਰੂਰਤ ਹੈਗੀ? Absolutely. You think so? People like those. People like those. These kids who come with the high hopes, dreams, when they want to get a good job, government job, they need a volunteer hours. And Kids Play Foundation, it's one of the organizations where they can volunteer, they can earn that experience, and they can also connect with the community, like-minded people. Right. And running programs, they learn so much through those experiences. Absolutely. ਇੰਨਾ ਕੁਝ ਕਰਨ ਦੀ motivation ਕਿਵੇਂ ਹੈ? Kids Play Foundation, like whatever you guys do, it's I'm commendable. just one of the volunteer kind of. I don't do. I look at my husband, who's a police officer from last 25 years. He's the one who runs Kids Play. Right. He has so many other volunteers. ਮੈਨੂੰ motivation ਉਹਦੇ ਕੋਲੋਂ ਮਿਲਦੀ ਹੈ. What's his motivation? Do you know? I have no idea. I think he says my family, his passion, ਜੋ ਕੁਛ ਉਹਨੇ ਦੇਖਿਆ ਆ, ਅੱਖੀ ਦੇਖਿਆ ਆ,
he's a very passionate guy. Sometimes I feel like 25 साल हो गए क्या inna you are giving back from last 25 years, very well educated guy. Right. ਮੈਂ ਕਿਹਾ 25 ਸਾਲਾਂ ਦੇ ਵਿੱਚ ਜੇ ਤੂੰ ਇੰਨਾ ਹਾਰਡ ਵਰਕ ਆਪਣੀ ਪਰਸਨਲ ਲਾਈਫ ਲਈ ਕੀਤਾ ਹੁੰਦਾ ਮਲਟੀ ਮਿਲੀਅਨਰ ਹੋਣਾ ਸੀ ਕਿਆ ਲਾਈਕ ਸੀਰੀਅਸਲੀ I do comment like that, but he gives me so much motivation. He works so hard, then I feel like, oh my God, I have to work hard. He's working really hard. I have to keep up with him. Then my kids, they actually say the same thing. Mom, you're working so hard. So Right. we are all trying to keep up with each other. Somehow. Anything specific you want to talk about? ਮੇਰੇ ਤਾਂ questions almost ਮੁੱਕ ਗਿਆ? ਮੁੱਕ ਗਿਆ Okay. Anything special ਤੁਹਾਨੂੰ ਲੱਗਦਾ ਕਿ ਹਾਂਜੀ we miss these topic ਆਪਾਂ ਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ, we can talk. Anything you feel is really important ਜਿਹੜੇ ਤੁਹਾਨੂੰ ਲੱਗਦਾ ਹੈ related to women ਜਾਂ related to entrepreneurship ਜਾਂ community ਜਾਂ immigration, whatever you want, like if you feel something is I missing. don't know, nothing. I think we have touched base everything, but ਜਿਹੜੀਆਂ new students ਆ ਰਹੀਆਂ ਕੁੜੀਆਂ ਆ ਰਹੀਆਂ struggle they go through ਜਾ ਰਹੀਆਂ, that's fine, that's okay. I know it's not easy. Yeah. ਮੇਰੇ ਵਰਗੇ ਬੰਦੇ ਲਈ ਕਹਿਣਾ ਸੌਖਾ ਆ ਕਿਉਂਕਿ ਮੈਂ ਫੈਮਿਲੀ ਵਿੱਚ ਬੈਠੀ ਹਾਂ ਘਰ ਆ, ਪਰ ਤੁਸੀਂ ਹੌਲੀ ਹੌਲੀ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਜਾਣਾ, ਕੀਪ ਵਰਕਿੰਗ ਹਾਰਡ. ਮੈਨੂੰ ਲੱਗਦਾ ਹੈ ਕਿ ਹਾਂ ਥੋੜਾ ਜਿਹਾ I don't know what to say. It's very tough to be in someone's feed and Of course. ਬਹੁਤ ਔਖਾ ਹੈ ਬਹੁਤ ਕੁਝ ਵੀ ਔਖਾ, ਬਹੁਤ ਐਨਾਲਾਈਜ਼ ਔਖਾ। ਕਰਨਾ, ਬਿਕਾਜ਼ ਮੈਂ ਸੁਣਦਾ ਕਿ ਬਹੁਤ ਬੱਚੇ ਐਕਸਪਲੋਇਟ ਵੀ ਹੋ ਰਹੇ ਨੇ. I hear a lot. Yeah. But I agree with that. ਕਹਿ I'm ਸਕਦੇ sure people are out there who Yeah. take advantage of them, and it's sad though, right. because people who are taking advantage, they're well paid up people. They're supposed to help them out. I don't know. ਜੇ ਕੋਈ struggles feel ਕਰ ਰਿਹਾ ਇਸ ਟਾਈਮ ਤੇ, can they reach out Kids Play Foundation? Absolutely. But ਤੁਹਾਡੀ ਕਹਿਣ ਦਾ ਮਤਲਬ struggle as a grocery, or No, because I mean, there are different organization yes. for different needs. Kids Play is for volunteer hours, and we run programs for kids. For example, families, if they need a tutor, they cannot afford a tutor. Kids Play provide free tutoring on Wednesdays. On Saturdays, if somebody wants to drop off their kids and they have to go somewhere, Kids Play has a class 9 to 12 arts class for kids. So there are certain things which Kids Play run on daily basis. Right. Okay. नहीं perfect. मैं last चीज़ पूछूंगा. Let's say I see young guys sometimes they move here and they get into drugs. ठीक है. Yeah. ਤੇ ਉਹ ਇੰਡੀਆ 'ਚ ਵੀ ਕਰਦੇ ਸੀਗੇ ਤੇ ਇੱਥੇ ਆ ਕੇ ਉਹ ਉਹਨਾਂ ਨੇ ਕੰਟੀਨਿਊਡ ਹੋ ਗਿਆ ਉਹਨਾਂ ਦਾ ਬੇਸਿਕਲੀ ਸਟੋਰੀ, ਰਾਈਟ. ਬਟ ਵੈਨ ਦੇ ਕਮ ਹੇਅਰ ਥੋੜਾ ਵੱਧ ਪ੍ਰੈਸ਼ਰ ਹੋ ਜਾਂਦਾ ਕਿ ਕਮਾਣੇ ਵੀ ਆਪ ਹੈ, ਖਾਣਾ ਵੀ ਆਪ ਹੈ, ਰਾਈਟ, ਸਾਰਾ ਕੁਛ ਆਪ, ਸੋ ਦੇ ਵਾਂਟ ਟੂ ਲੀਵ. Do you think they should be reaching out to Kids Play? Hey, you know what, I want to get rid of the drugs. Yes. ਪਰ ਮੈਂ ਫਸ ਗਿਆ ਇਹਦੇ ਵਿੱਚ. Yeah, of course there are so many resources out there which we guide them. They can reach out, or if we cannot help, if they are at that stage where we need to involve other resources, of course there's help. There's always help, kind of ਲੈਣ ਵਾਲੇ ਬਣੋ. ਸਹੀ ਗੱਲ ਹੈ. ਤੁਸੀਂ ਆਪਾਂ ਨੂੰ ਲੱਗਦਾ ਹੀ ਹੁੰਦਾ ਆ ਕਈ ਵਾਰੀ ਕਈ ਲੋਕ ਪੁੱਛਦੇ ਨੇ, ਲਾਈਕ ਜੇ ਤੁਹਾਨੂੰ ਹੈਲਪ ਦੀ ਲੋੜ ਆ, ਸਿਟ. ਫੋਰ ਐਗਜ਼ਾਮਪਲ ਮੀ, ਜੇ ਮੈਂ ਨਹੀਂ ਫੀਲ ਗੁੱਡ ਕਰਦੀ ਤੇ ਮੈਂ ਜਿਮ 'ਚ ਗਈ ਹਾਂ ਤੇ ਮੈਨੂੰ ਕਿਸੇ ਨੇ ਪੁੱਛਿਆ ਤੇਰਾ ਡੇ ਕਿੱਦਾਂ, ਮੈਂ ਸਿੱਧਾ ਕਹਿੰਦੀ ਹਾਂ ਮੈਂ ਆਮ ਟਾਇਰਡ, ਆਮ ਨਾਟ ਹੈਪੀ. I say it. I don't. I'm like, that's. ਤੇ ਮੈਨੂੰ ਕਈ ਵਾਰੀ ਮੇਰੀਆਂ ਫਰੈਂਡਾਂ ਕਹਿ ਦਿੰਦੀਆਂ ਹਾਊ, ਐਂਡ ਆਮ ਲਾਈਕ ਬਟ ਦੈਟਸ ਹਾਊ ਆਮ ਫੀਲਿੰਗ. ਉਹਨੇ ਮੈਨੂੰ ਪੁੱਛਿਆ ਹਾਊ ਆਰ ਯੂ ਟੁਡੇ, ਆਮ ਨਾਟ ਫੀਲਿੰਗ ਵੈਲ ਟੁਡੇ. I think ਆਪਾਂ ਸਾਰਿਆਂ ਨੂੰ ਜੇ ਹੈਲਪ ਦੀ ਲੋੜ ਆ ਤਾਂ ਪੁੱਛਣ 'ਚ ਕੋਈ ਹਰਜ ਨਹੀਂ. ਜੇ ਨਹੀਂ ਮਿਲਦੀ that's fine, you do what you have to do, but if you can ask help. Thank you so much, Sandy. ਪਹਿਲੀ ਗੱਲ ਤੁਸੀਂ ਅੱਜ ਆਏ, I really appreciate it. Thank you. And I always wanted to bring you on the podcast, but मैं कहा नहीं करना वाले, just wait, maybe get ready for it and then call. Come on, you are. Sometimes you feel okay, हर चीज़ का सही time होता. Yeah. But I'm really thankful to see आए. Thank you. I think I feel so motivated by what you shared. You're gonna work out hard.